ਅਸੀਂ ਦਿੱਲੀ ਦੇ ਵਿੱਚ ਇੱਕ ਸੰਕੇਤਕ ਧਰਨਾ ਜਿਹੜਾ ਉਹ ਪਰਸੋਂ ਲਗਾਇਆ ਤੇ ਇਹ ਸੰਘਰਸ਼ ਹੈ ਜਿਹੜਾ ਉਹ ਇੱਥੇ ਦੀ ਬਜਾਏ ਦਿੱਲੀ ਦਰਬਾਰ ਦੇ ਵਿੱਚ ਨਰਿੰਦਰ ਮੋਦੀ ਦੇ ਨੱਕ ਦੇ ਹੇਠ ਅਸੀਂ ਇਹ ਪ੍ਰੋਟੈਸਟ ਨੂੰ ਹੋਰ ਤੇਜ਼ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੱਲ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਇੱਕ ਦਿਨ ਦਾ ਸੈਸ਼ਨ ਹੈ ਜਿਹੜਾ ਉਹ 19 ਅਕਤੂਬਰ ਨੂੰ ਬੁਲਾਇਆ ਜਾਵੇ ਤਾਂ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਪੰਜਾਬ ਵਿਧਾਨ ਸਭਾ ਦੇ ਵਿੱਚ ਤੇ ਇਹ ਕਾਨੂੰਨ ਨਾ ਇੰਪਲੀਮੈਂਟ ਪੰਜਾਬ ਦੇ ਵਿੱਚ ਹੋ ਸਕਣ। ਵੈਸੇ ਤਾਂ ਅਸੀਂ ਇਹ ਬੜੇ ਲੰਮੇ ਸਮੇਂ ਤੋਂ ਮੰਗ ਕਰਦੇ ਹਾਂ, ਪਰ ਚਲੋ ਦੇਰ ਆਏ ਦਰੁਸਤ ਆਏ। ਕੈਪਟਨ ਸਾਹਿਬ ਦੀ ਸੁੱਤੀ ਪਈ ਸਰਕਾਰ ਨੇ ਇਹ ਫੈਸਲਾ ਤਾਂ ਕੀਤਾ, ਅਸੀਂ ਵੈਲਕਮ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ 3 ਮਹੀਨੇ ਇਹਨਾਂ ਨੂੰ ਸਲਾਉਂਦਾ ਫਿਰਦਾ ਰਿਹਾ ਬਿੱਲਾਂ ਨੂੰ ਤੇ ਮੁੜ ਕੇ ਯੂ ਟਰਨ ਲੈ ਕੇ 3 ਪਵਿੱਤਰ ਤਖਤ ਸਾਹਿਬਾਨਾਂ ਦੀ ਧਰਤੀ ਲੈ ਕੇ ਉਹ ਚੰਡੀਗੜ੍ਹ ਨੂੰ ਹੋਲੇ। ਜੇ ਕੋਈ ਵੀ ਆਪਦਾ ਝੰਡਾ ਡਾਂਡਾ ਲਾ ਕੇ ਕੋਈ ਪੋਲੀਟੀਕਲ ਪਾਰਟੀ ਪ੍ਰੋਟੈਸਟ ਕਰਦੀ ਹੈ ਤਾਂ ਉਹ ਇਹ ਮੰਨ ਕੇ ਚਲੋ ਕਿਸਾਨੀ ਦਾ ਪ੍ਰੋਟੈਸਟ ਨਹੀਂ ਹੈਗਾ, ਉਹ ਪਾਰਟੀਆਂ 2022 ਦੇ ਵਿੱਚ ਆਪਦਾ ਸਿਆਸੀ ਵਜੂਦ ਬਚਾਉਣ ਦੀ ਲੜਾਈ ਲੜ ਰਹੀਆਂ। ਪਰ ਨਾਲ ਹੀ ਇਹ ਮੰਗ ਕਰਦੇ ਆ ਕਿ ਇੱਕ ਦਿਨ ਦਾ ਸੈਸ਼ਨ ਹੈ ਜਿਹੜਾ ਉਹ ਏਡੇ ਵੱਡੇ ਗੰਭੀਰ ਇਸ਼ੂ ਦੇ ਉੱਪਰ ਬਹੁਤ ਛੋਟਾ ਹੈ, ਮਜ਼ਾਕ ਕਰਨ ਦੇ ਬਰਾਬਰ ਹੈ। ਜੇ ਕੇਂਦਰ ਸਰਕਾਰ ਜਦੋਂ ਕਾਰਪੋਰੇਟ ਘਰਾਉਣੇ ਆ ਗਏ, ਹੋ ਸਕਦਾ ਕਾਰਪੋਰੇਟ ਘਰਾਣੇ 100 200 400 500 ਰੁਪਏ ਵੱਧ ਵੀ ਦੇ ਦੇਣ ਪਹਿਲਾਂ ਕਿਸਾਨਾਂ ਨੂੰ, ਪਰ ਉਸ ਤੋਂ ਬਾਅਦ ਹੌਲੀ ਹੌਲੀ ਸਰਕਾਰ ਆਪਦੇ ਪੈਰ ਪਿੱਛੇ ਖਿੱਚ ਲੇਗੀ। ਤੋਂ ਪਹਿਲਾਂ ਤਾਂ ਅੱਜ ਬੜੇ ਇੱਕ ਸ਼ਾਰਟ ਜਿਹੇ ਨੋਟਿਸ ਦੇ ਉੱਪਰ ਪਹੁੰਚੇ ਸਾਰੇ ਮੀਡੀਆ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਔਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਮੇਰੇ ਨਾਲ ਸਾਡੇ ਸਾਥੀ ਬਿੱਟੂ ਵੀਰ ਕਲਾਂ ਜੀ, ਹਾਂਡਾ ਸਾਹਿਬ, ਅਵਤਾਰ ਈਲਵਾਲ ਜੀ, ਗੁਰਵਿੰਦਰ ਢਿੱਲੋਂ ਜੀ, ਰਸ਼ਪਾਲ ਭੁੱਲਰ ਜੀ, ਲਾਭ ਸਿੰਘ ਨੀਲੋਵਾਲ ਜੀ, ਸਾਡੇ ਸਾਰੇ ਸਾਥੀ ਜਿਹੜੇ ਸੁਨਾਮ ਔਰ ਸੰਗਰੂਰ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਪ੍ਰਧਾਨ ਜੀ ਨੇ, ਸਾਰੇ ਸਾਥੀ ਅੱਜ ਤੁਹਾਡੇ ਵਿਚਕਾਰ ਹਾਜ਼ਰ ਨੇ। ਦੋਸਤੋ, ਅੱਜ ਇੱਕ ਬਹੁਤ ਇੰਪੋਰਟੈਂਟ ਇਸ਼ੂ ਦੇ ਉੱਪਰ ਤੁਹਾਡੇ ਰੂਬਰੂ ਹੋ ਰਹੇ ਹਾਂ। ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ, ਵੈਸੇ ਤਕਰੀਬਨ 4 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ, ਜਦ 3 ਕਾਲੇ ਕਾਨੂੰਨ ਜਿਹੜੇ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਬਣਾਏ ਨੇ, ਉਹਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਔਰ ਬਾਕੀ ਵੀ ਕਈ ਸਟੇਟਸ ਦੇ ਵਿੱਚ ਅੱਗ ਹੈ ਜਿਹੜੀ ਉਹ ਲੱਗੀ ਹੋਈ ਹੈ। ਕਿਉਂਕਿ ਇਹ ਜਿਹੜੇ 3 ਕਾਲੇ ਕਾਨੂੰਨ ਨੇ, ਇਹਦੇ ਨਾਲ ਪੰਜਾਬ ਔਰ ਹਰਿਆਣਾ ਦੀ ਅਰਥ ਵਿਵਸਥਾ ਹੈ ਜਿਹੜੀ, ਪੇਂਡੂ ਅਰਥਚਾਰਾ ਹੈ ਜਿਹੜਾ, ਉਹ ਬਿਲਕੁਲ ਖਤਮ ਹੋ ਜਾਏਗਾ। ਕਿਸਾਨੀ ਹੈ ਜਿਹੜੀ ਉਹ ਖਤਮ ਹੋ ਜਾਏਗੀ। ਜਿਹੜੇ ਮਜ਼ਦੂਰ ਨੇ, ਪੱਲੇਦਾਰ ਨੇ, ਆੜਤੀਏ ਨੇ, ਉਹ ਸਾਰਾ ਖਤਮ ਹੋ ਜਾਏਗਾ ਕਿਉਂਕਿ ਐਗਰੇਰੀਅਨ ਇਕੋਨਮੀ ਹੈ ਆਪਣੀ। ਪਰ ਮੋਦੀ ਸਾਹਿਬ ਦੀ ਅੰਨੀ ਬੋਲੀ ਸਰਕਾਰ ਜਿਸ ਤਰੀਕੇ ਦੇ ਨਾਲ ਇਹਨਾਂ ਕਾਨੂੰਨਾਂ ਨੂੰ ਸਾਰੇ ਨਿਯਮ ਛਿੱਕੇ ਟੰਗ ਕੇ ਸਾਰੀ ਜਿਹੜੀ ਡੈਮੋਕ੍ਰੈਟਿਕਲੀ ਇਲੈਕਟਿਡ ਲੋਕ ਸਭਾ, ਰਾਜ ਸਭਾ ਦੇ ਮੈਂਬਰਾਂ ਦੀਆਂ ਆਵਾਜ਼ਾਂ ਨੂੰ ਦਬਾ ਕੇ, ਲੱਖਾਂ ਕਿਸਾਨਾਂ ਦੀ ਆਵਾਜ਼ਾਂ ਨੂੰ ਦਬਾ ਕੇ ਉਹ ਇਹਨਾਂ ਕਾਨੂੰਨਾਂ ਨੂੰ ਇੰਪਲੀਮੈਂਟ ਕਰਨ ਲੱਗੇ ਨੇ। ਮੈਂ ਸਮਝਦਾ ਕਿ ਬਹੁਤ ਅਨਫੋਰਚੂਨੇਟ ਹੈ। ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਇਹਦੇ ਬਾਰੇ ਬੜੇ ਕਲੀਅਰ ਸਟੈਂਡ ਔਰ ਸਪਸ਼ਟ ਵਿਜ਼ਨ ਦੇ ਨਾਲ ਵਿਰੋਧ ਤੇ ਜਿਹੜਾ ਉਹ ਕਰਨ ਲੱਗੀ ਹੋਈ ਹੈ। ਹੁਣ ਸਾਡੇ ਸਾਡੀ ਬੇਨਤੀਆਂ ਤੋਂ ਬਾਅਦ, ਅਪੀਲਾਂ ਤੋਂ ਬਾਅਦ ਔਰ ਆਮ ਆਦਮੀ ਪਾਰਟੀ ਦੀ ਮੰਗ ਦੇ ਉੱਪਰ, ਕਿਸਾਨ ਜਥੇਬੰਦੀਆਂ ਦੀ ਮੰਗ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੱਲ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਇੱਕ ਦਿਨ ਦਾ ਸੈਸ਼ਨ ਹੈ ਜਿਹੜਾ ਉਹ 19 ਅਕਤੂਬਰ ਨੂੰ ਬੁਲਾਇਆ ਜਾਵੇ ਤਾਂ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਪੰਜਾਬ ਵਿਧਾਨ ਸਭਾ ਦੇ ਵਿੱਚ ਤੇ ਇਹ ਕਾਨੂੰਨ ਨਾ ਇੰਪਲੀਮੈਂਟ ਪੰਜਾਬ ਦੇ ਵਿੱਚ ਹੋ ਸਕਣ। ਵੈਸੇ ਤਾਂ ਅਸੀਂ ਇਹ ਬੜੇ ਲੰਮੇ ਸਮੇਂ ਤੋਂ ਮੰਗ ਕਰਦੇ ਹਾਂ, ਪਰ ਚਲੋ ਦੇਰ ਆਏ ਦਰੁਸਤ ਆਏ। ਕੈਪਟਨ ਸਾਹਿਬ ਦੀ ਸੁੱਤੀ ਪਈ ਸਰਕਾਰ ਨੇ ਇਹ ਫੈਸਲਾ ਤਾਂ ਕੀਤਾ, ਅਸੀਂ ਵੈਲਕਮ ਕਰਦੇ ਹਾਂ। ਪਰ ਨਾਲ ਹੀ ਇਹ ਮੰਗ ਕਰਦੇ ਹਾਂ ਕਿ ਇੱਕ ਦਿਨ ਦਾ ਸੈਸ਼ਨ ਹੈ ਜਿਹੜਾ ਉਹ ਏਡੇ ਵੱਡੇ ਗੰਭੀਰ ਇਸ਼ੂ ਦੇ ਉੱਪਰ ਬਹੁਤ ਛੋਟਾ ਹੈ, ਮਜ਼ਾਕ ਕਰਨ ਦੇ ਬਰਾਬਰ ਹੈ। ਔਰ ਹੋਰ ਵੀ ਬਹੁਤ ਸਾਰੇ ਇਸ਼ੂਜ਼ ਨੇ ਜਿਹੜੇ ਅੱਜ ਡਿਸਕਸ ਪੰਜਾਬ ਦੀ ਅਸੈਂਬਲੀ ਦੇ ਵਿੱਚ ਕਰਨੇ ਬਣਦੇ ਨੇ। ਪਹਿਲਾਂ ਵੀ ਇਹਨਾਂ ਨੇ 28 ਅਗਸਤ ਨੂੰ ਸੈਸ਼ਨ ਬੁਲਾਇਆ ਸੀਗਾ ਮਹਿਜ਼ 1.5 ਘੰਟੇ ਦਾ, ਤੇ ਉਹਦੇ ਵਿੱਚ ਜਿਹੜਾ ਇਹਨਾਂ 3 ਕਾਨੂੰਨਾਂ ਦੇ ਖਿਲਾਫ ਮਤਾ ਪਾਇਆ ਗਿਆ ਸੀਗਾ ਉਹ ਸਰਕਾਰ ਨੇ ਆਪਦੇ ਕੋਲ ਹੀ ਰੱਖੀ ਛੱਡਿਆ ਤੇ ਮੁੜ ਕੇ ਭੇਜਿਆ ਨਹੀਂ ਹੈਗਾ, ਨਾ ਗਵਰਨਰ ਕੋਲੇ ਤੇ ਨਾ ਉਸ ਤੋਂ ਬਾਅਦ ਰਾਸ਼ਟਰਪਤੀ ਕੋਲੇ। ਸੋ ਹੁਣ ਇਹ ਜਿਹੜਾ ਇੱਕ ਦਿਨ ਦਾ ਸੈਸ਼ਨ ਬੁਲਾਇਆ ਗਿਆ, ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਇਹ ਸੈਸ਼ਨ ਹੈ ਜਿਹੜਾ ਇਹ ਘੱਟੋ ਘੱਟ 1 ਹਫ਼ਤੇ ਦਾ ਹੋਣਾ ਚਾਹੀਦਾ ਹੈ, ਨੰਬਰ 1। ਨੰਬਰ 2, ਸਾਡੀ ਮੰਗ ਇਹ ਹੈ ਕਿ ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਲੰਮੇ ਸਮੇਂ ਤੋਂ ਆਪਦੇ ਘਰ ਔਰ ਖੇਤ ਛੱਡ ਕੇ ਸੜਕਾਂ ਦੇ ਉੱਪਰ ਔਰ ਰੇਲਵੇ ਟਰੈਕਸ ਦੇ ਉੱਪਰ ਜਿਹੜੇ ਸੰਘਰਸ਼ ਕਰ ਰਹੇ ਨੇ, ਉਹਨਾਂ ਦੀ ਰਿਪਰੈਜ਼ੈਂਟੇਸ਼ਨ, ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਕੇਂਦਰ ਸਰਕਾਰ ਤਾਂ ਬੇਸ਼ੱਕ ਨਹੀਂ ਸੁਣ ਰਹੀ ਹੈਗੀ, ਪਰ ਪੰਜਾਬ ਸਰਕਾਰ ਦੇ ਕੋਲ ਔਰ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਆਵਾਜ਼ ਪ੍ਰੋਪਰ ਤਰੀਕੇ ਦੇ ਨਾਲ ਪਹੁੰਚੇ।
ਤਾਂ ਇਹ ਚਾਹੇ ਕਿਉਂਕਿ ਉਹਨਾਂ ਦੀ ਆਪਦੀ ਰਿਪਰੈਜ਼ੈਂਟੇਸ਼ਨ ਵਿਧਾਨ ਸਭਾ ਦੇ ਵਿੱਚ ਨਹੀਂ ਹੈਗੀ, ਇਸ ਸੈਸ਼ਨ ਤੋਂ ਪਹਿਲਾਂ ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਨੂੰ 2 ਜਾਂ 3 ਦਿਨ ਦਾ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ, ਜਿਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਹੋਣ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹੋਣ, ਕਿਉਂਕਿ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਉਹ ਕਿਸਾਨਾਂ ਨੂੰ ਫੇਸ ਹੋਣੀ ਹੈ, ਔਰ ਕਿਸਾਨਾਂ ਨੂੰ ਹੀ ਸਭ ਤੋਂ ਵਧੀਆ ਹੱਲ ਹੈ ਜਿਹੜਾ ਇਸ ਪ੍ਰੋਬਲਮ ਦਾ ਪਤਾ ਹੈ। ਸੋ ਇਸ ਕਰਕੇ 2 ਜਾਂ 3 ਦਿਨ ਦਾ ਸੈਸ਼ਨ ਹੋਣੇ ਚਾਹੀਦੇ ਨੇ, ਪ੍ਰੋਪਰ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਨੇ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ, ਜਿਹੜੇ ਕਨਸਟੀਟਿਊਸ਼ਨਲ ਸੰਵਿਧਾਨ ਦੇ ਐਕਸਪਰਟ ਨੇ ਉਹ ਹੋਣੇ ਚਾਹੀਦੇ ਨੇ, ਲੀਗਲ ਐਕਸਪਰਟ ਉਹ ਹੋਣੇ ਚਾਹੀਦੇ ਨੇ, ਜਿਹੜੇ ਐਗਰੀਕਲਚਰ ਐਕਸਪਰਟਸ ਨੇ ਉਹ ਉਹਦੇ ਵਿੱਚ ਹੋਣੇ ਨੇ, ਤਾਂ ਕਿ ਇੱਕ ਬਕਾਇਦਾ ਪ੍ਰੋਪਰ ਹਰੇਕ ਐਂਗਲ ਤੋਂ ਹਰੇਕ ਪੱਖੋਂ ਇਹਨਾਂ ਕਾਨੂੰਨਾਂ ਨੂੰ ਰੱਦ ਕਿਵੇਂ ਕਰਨਾ ਹੈ ਤੇ ਪੰਜਾਬ ਦੇ ਕਿਸਾਨ ਔਰ ਕਿਸਾਨੀ ਨੂੰ ਪ੍ਰੋਟੈਕਟ ਕਿਵੇਂ ਕਰਨਾ ਹੈ, ਉਹਨਾਂ ਨੂੰ ਸੇਫਗਾਰਡ ਕਿਵੇਂ ਕਰਨਾ ਹੈ, ਇੱਕ ਪੁਖਤਾ ਇੱਕ ਪੱਕਾ ਹੱਲ ਹੈ ਜਿਹੜਾ ਉਹ ਡਿਸਕਸ਼ਨ ਕੀਤੀ ਜਾਣੀ ਚਾਹੀਦੀ ਹੈ, ਉਹ ਹੱਲ ਤਿਆਰ ਕੀਤਾ ਜਾਣਾ ਚਾਹੀਦਾ ਤੇ ਉਹੀ ਰੈਜ਼ੋਲੂਸ਼ਨ ਜੋ ਕਿਸਾਨ ਭਰਾ ਕਹਿਣਗੇ, ਜੋ ਲੀਗਲ ਕਨਸਟੀਟਿਊਸ਼ਨਲ ਔਰ ਐਗਰੀਕਲਚਰ ਐਕਸਪਰਟਸ ਕਹਿਣਗੇ, ਉਹ ਮਤ ਹੈ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣਾ ਚਾਹੀਦਾ, ਤਾਂ ਕਿ ਨੰਬਰ 1 ਉਹਨਾਂ ਦੀ ਤਸੱਲੀ ਹੋਵੇ, ਨੰਬਰ 2 ਉਹਨਾਂ ਤੋਂ ਵਧੀਆ ਹੱਲ ਕੋਈ ਲੀਡਰ ਜਾਂ ਅਫਸਰ ਨਹੀਂ ਜਾਣਦਾ ਹੈਗਾ, ਤਾਂ ਕਿ ਇੱਕ ਪੱਕਾ ਪੁਖਤਾ ਹੱਲ ਹੈ ਜਿਹੜਾ ਉਹ ਇਹਦਾ ਕੱਢਿਆ ਜਾ ਸਕੇ। ਹੁਣ ਸਾਨੂੰ ਸ਼ੱਕ ਕੀ ਪੈਂਦਾ, ਅਸੀਂ ਜਿਹੜਾ ਇਹ 1 ਦਿਨ ਦਾ ਵੀ ਬੁਲਾ ਰਹੇ ਨੇ, ਅਸੀਂ ਉਹਦਾ ਸਮਰਥਨ ਕਰਦੇ ਹਾਂ। ਇਹ ਕਾਨੂੰਨ ਨੇ ਜਿਹੜੇ ਵਿਧਾਨ ਸਭਾ 'ਚ ਗ੍ਰਾਮ ਸਭਾ ਤੋਂ ਲੈ ਕੇ ਵਿਧਾਨ ਸਭਾ ਤੋਂ ਲੈ ਕੇ ਪਾਰਲੀਮੈਂਟ ਤੱਕ ਇਹ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਸਾਡਾ ਸਟੈਂਡ ਬੜਾ ਸਪਸ਼ਟ ਹੈ। ਪਰ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਔਰ ਕਾਂਗਰਸ ਪਾਰਟੀ ਦੀ ਨੀਅਤ ਹੈ ਜਿਹੜੀ ਔਰ ਨੀਤੀ ਹੈ, ਉਹਦੇ ਉੱਪਰ ਬਹੁਤ ਵੱਡੇ ਸ਼ੰਕੇ ਨੇ, ਜਿਹੜੇ ਉਹ ਸ਼ੱਕ ਸੁਫੇ ਨੇ, ਜਿਹੜੇ ਉਹ ਕੁਐਸਚਨ ਮਾਰਕ ਨੇ, ਉਹ ਲੰਬੇ ਸਮੇਂ ਤੋਂ ਲੱਗਦੇ ਆ ਰਹੇ ਨੇ। ਉਹਦੀ ਇੱਕ ਲੰਬੀ ਹਿਸਟਰੀ ਹੈ। ਅੱਜ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਔਰ ਰਾਹੁਲ ਗਾਂਧੀ ਜੀ ਨੂੰ 3 ਦਿਨ ਬੁਲਾ ਕੇ ਇੱਥੇ ਟਰੈਕਟਰ ਮਾਰਚ ਕਰ ਰਹੇ ਨੇ, ਹੁਣ ਮੈਂ ਪੁੱਛਣਾ ਚਾਹੁੰਦਾ ਕਾਂਗਰਸ ਪਾਰਟੀ ਤੋਂ ਤੇ ਕੈਪਟਨ ਸਾਹਿਬ ਤੋਂ ਕਿ ਐਮਐਸਪੀ ਤਕਰੀਬਨ 60 ਸਾਲ ਹੋ ਗਏ ਐਮਐਸਪੀ ਚੱਲਦੀ ਨੂੰ, ਹਜੇ ਤੱਕ ਬਹੁਤ ਲੰਮਾ ਸਮਾਂ 60 ਦੇ ਵਿੱਚੋਂ ਤਕਰੀਬਨ 50 ਸਾਲ ਦੇ ਕਰੀਬ ਹੈ ਜਿਹੜਾ ਉਹ ਯੂਪੀਏ ਦਾ ਕਾਂਗਰਸ ਪਾਰਟੀ ਦਾ ਰਾਜ ਰਿਹਾ। ਨੰਬਰ 1, ਹੁਣ ਤੱਕ ਯੂਪੀਏ ਕਾਂਗਰਸ ਪਾਰਟੀ ਨੇ ਲੀਗਲ ਰਾਈਟ ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ ਹੈਗਾ। ਰੌਲਾ ਐਮਐਸਪੀ ਦਾ ਨਹੀਂ ਹੈਗਾ, ਰੌਲਾ ਇਸ ਗੱਲ ਦਾ ਹੈ, ਐਮਐਸਪੀ ਦਾ ਅੱਜ ਵੀ ਵੈਸੇ 23 ਫਸਲਾਂ ਦੇ ਉੱਪਰ ਹੈ, ਪਰ ਪਰਚੇਜ਼ ਸਿਰਫ 2 ਹੁੰਦੀਆਂ ਨੇ, ਕਣਕ ਔਰ ਝੋਨਾ। ਪੂਰੇ ਮੁਲਕ ਦੇ ਵਿੱਚ ਮਹਿਜ਼ 6% ਕਿਸਾਨ ਨੇ ਜਿਨ੍ਹਾਂ ਦੀ ਫਸਲ ਐਮਐਸਪੀ ਦੇ ਉੱਪਰ ਪਰਚੇਜ਼ ਹੁੰਦੀ ਹੈ। ਰੌਲਾ ਐਮਐਸਪੀ ਦਾ ਨਹੀਂ, ਰੌਲਾ ਜਿਹੜਾ ਉਹ ਐਸ਼ੋਰਡ ਪਰਚੇਜ਼ ਦਾ ਕਿ ਪੱਕੇ ਤੌਰ ਦੇ ਉੱਪਰ ਗਰੰਟਿਡ ਫਸਲ ਦੀ ਖਰੀਦ ਹੈ ਜਿਹੜੀ ਉਹ, ਜੇ ਅੱਜ ਸਾਨੂੰ ਜਿਹੜਾ ਸ਼ੱਕ ਪੈਂਦਾ ਕਿ ਐਮਐਸਪੀ ਤਾਂ ਚੱਲ ਰਹੀ ਹੈ, ਹੋ ਸਕਦਾ ਸਾਲ 6 ਮਹੀਨੇ ਬਾਅਦ 1.5 ਸਾਲ ਬਾਅਦ ਜੇ ਕੇਂਦਰ ਸਰਕਾਰ ਜਦੋਂ ਕਾਰਪੋਰੇਟ ਘਰਾਉਣੇ ਆ ਗਏ, ਹੋ ਸਕਦਾ ਕਾਰਪੋਰੇਟ ਘਰਾਣੇ 100 200 400 500 ਰੁਪਏ ਵੱਧ ਵੀ ਦੇ ਦੇਣ ਪਹਿਲਾਂ ਕਿਸਾਨਾਂ ਨੂੰ, ਪਰ ਉਸ ਤੋਂ ਬਾਅਦ ਹੌਲੀ ਹੌਲੀ ਸਰਕਾਰ ਆਪਦੇ ਪੈਰ ਪਿੱਛੇ ਖਿੱਚ ਲੇਗੀ ਤੇ ਫਿਰ ਕਿਸਾਨ ਨੇ ਜਿਹੜੇ ਉਹ ਡਿਪੈਂਡੈਂਟ ਹੋ ਜਾਣਗੇ ਕਾਰਪੋਰੇਟ ਘਰਾਣਿਆਂ ਦੇ ਉੱਪਰ, ਤੇ ਫਿਰ ਉਹਨਾਂ ਦੀ ਐਕਸਪਲੋਇਟੇਸ਼ਨ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ ਤੇ ਉਹਦੇ ਨਾਲ ਨੁਕਸਾਨ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ। ਐਸ਼ੋਰਡ ਪਰਚੇਜ਼ ਦਾ ਮਸਲਾ ਹੈ ਤੇ ਐਸ਼ੋਰਡ ਪਰਚੇਜ਼ ਸਿਰਫ ਔਰ ਸਿਰਫ ਇੱਕ ਤਰੀਕੇ ਨਾਲ ਹੋ ਸਕਦੀ ਹੈ ਕਿ ਲੀਗਲ ਰਾਈਟ ਹੈ ਜਿਹੜਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਕਿ ਜਿੰਨਾ ਵੀ ਉਹ ਕਣਕ ਦਾ ਇੱਕ ਇੱਕ ਦਾਣਾ ਜਿਹੜਾ ਉਹ ਜਦੋਂ ਮੰਡੀ 'ਚ ਲੈ ਕੇ ਆਉਣਗੇ, ਜੇ ਕੋਈ ਐਮਐਸਪੀ ਤੋਂ ਉੱਪਰ ਪਰਚੇਜ਼ ਕਰਦਾ ਹੈ, ਕੋਈ ਕਾਰਪੋਰੇਟ ਕੋਈ ਪ੍ਰਾਈਵੇਟ, ਤਾਂ ਬੇਸ਼ੱਕ ਕਰ ਲੈ, ਕੋਈ ਇਤਰਾਜ਼ ਨਹੀਂ ਹੈ ਸਾਨੂੰ, ਪਰ ਜੇ ਕੋਈ ਨਹੀਂ ਪਰਚੇਜ਼ ਕਰਦਾ ਹੈਗਾ ਤਾਂ ਉਹਦੀ ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ, ਉਹਦਾ ਸ਼ੋਸ਼ਣ ਨਹੀਂ ਹੋਣਾ ਚਾਹੀਦਾ ਹੈਗਾ। ਉਹ ਕੱਲਾ ਦਾਣਾ ਜਿਹੜਾ ਉਹ ਗਵਰਨਮੈਂਟ ਆਫ ਇੰਡੀਆ ਐਮਐਸਪੀ ਦੇ ਰੇਟ ਦੇ ਉੱਪਰ ਇਹ ਲੀਗਲ ਰਾਈਟ ਦੇਵੇ, ਕਿਸਾਨਾਂ ਨੂੰ ਕਿਉਂ ਖਰੀਦਿਆ ਜਾਣਾ ਚਾਹੀਦਾ। ਸੋ ਮੇਰੇ ਜਿਹੜੇ ਸਵਾਲ ਅੱਜ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਦੀ ਨੀਅਤ ਤੇ ਉਹ ਇਹ ਨੇ ਕਿ 60 ਸਾਲਾਂ ਦੇ ਵਿੱਚ ਤੁਸੀਂ ਕਿਸਾਨਾਂ ਨੂੰ ਲੀਗਲ ਰਾਈਟ ਕਿਉਂ ਨਹੀਂ ਦਿੱਤਾ ਹੈਗਾ, ਨੰਬਰ 1। ਨੰਬਰ 2, ਜਦੋਂ ਤੁਹਾਡੀਆਂ ਸਰਕਾਰਾਂ ਸੀਗੀਆਂ ਉਦੋਂ WTO ਦੇ ਐਗਰੀਮੈਂਟਸ ਹੋਏ ਤੇ ਹਜੇ ਤੱਕ ਉਹਨਾਂ ਦਾ ਪ੍ਰੈਸ਼ਰ ਹੈ ਜਿਹੜਾ ਉਹ ਤੁਹਾਡੀਆਂ ਸਰਕਾਰਾਂ ਦੇ ਉੱਪਰ ਰਿਹਾ। 2017 ਦੇ ਮੈਨੀਫੈਸਟੋ ਦੇ ਵਿੱਚ 2019 ਦੇ ਮੈਨੀਫੈਸਟੋ ਦੇ ਵਿੱਚ ਤੁਸੀਂ ਆਹੀ ਕੁਛ ਜਿਹੜਾ ਕਿ ਹੁਣ ਦੀਆਂ ਸਰਕਾਰਾਂ ਕਰ ਰਹੀਆਂ ਨੇ, ਨਰਿੰਦਰ ਮੋਦੀ ਦੀ ਸਰਕਾਰ ਕਰ ਰਹੀ ਹੈ, ਇਹ ਤੁਸੀਂ ਆਪਦੇ ਮੈਨੀਫੈਸਟੋ ਦੇ ਵਿੱਚ ਕਮਿਟ ਕੀਤਾ। ਤੁਸੀਂ ਕੋਵਿਡ ਦੇ ਵਿੱਚ ਡਾਕਟਰ ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਬਣਾਈ ਤੇ ਉਹਨਾਂ ਨੇ ਵੀ ਇਹੀ ਸਿਫਾਰਿਸ਼ਾਂ ਕੀਤੀਆਂ ਨੇ ਜਿਹੜੀਆਂ ਕਿ ਅੱਜ ਨਰਿੰਦਰ ਮੋਦੀ ਔਰ ਉਹਨਾਂ ਦੀ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਕਰ ਰਹੀ ਹੈ। ਤੁਸੀਂ ਅੱਜ ਤੋਂ 1.25 ਸਾਲ ਪਹਿਲਾਂ
ਨੀਤੀ ਆਯੋਗ ਦੇ ਰਾਹੀਂ ਕੈਪਟਨ ਅਮਰਿੰਦਰ ਮੁੱਖ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 7 ਚੀਫ ਮਿਨਿਸਟਰਾਂ ਦੀ ਕਮੇਟੀ ਬਣਾਈ, ਹਾਈ ਪਾਵਰਡ ਕਮੇਟੀ ਬਣਾਈ, ਜਿਨ੍ਹਾਂ ਦਾ ਟਰਮਸ ਆਫ ਰੈਫਰੈਂਸ ਵੀ ਉਹਨਾਂ ਨੇ ਕੰਮ ਕੀ ਕਰਨਾ ਸੀਗਾ। ਉਹਦੇ ਵਿੱਚ ਇਹ ਕਲੀਅਰਲੀ ਮੈਂਸ਼ਨ ਸੀਗਾ ਕਿ APMC ਐਕਟ ਹੈ ਜਿਹੜਾ ਉਹਨੂੰ ਕਿਸ ਤਰੀਕੇ ਨਾਲ ਉਹਦੇ 'ਚ ਚੇਂਜਸ ਕੀਤੀਆਂ ਜਾਣ, ਕਿਸ ਤਰੀਕੇ ਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਉਹਦੇ ਵਿੱਚ ਲਿਆਇਆ ਜਾਵੇ, ਕਿਸ ਤਰੀਕੇ ਦੇ ਨਾਲ ਐਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਚੇਂਜ ਕੀਤਾ ਜਾਵੇ। ਇਹ ਸਾਰਾ ਕੁਝ ਉਸ ਨੀਤੀ ਆਯੋਗ ਦੀਆਂ ਰੈਫਰੈਂਸਿਸ ਦੇ ਵਿੱਚ ਹਾਈ ਪਾਵਰਡ ਕਮੇਟੀ ਦੀ ਮੀਟਿੰਗ ਦੇ ਵਿੱਚ ਸੀਗਾ। ਤੁਸੀਂ ਕੈਪਟਨ ਅਮਰਿੰਦਰ ਸਿੰਘ ਜੀ, ਜਦੋਂ ਉਹ ਪਹਿਲੀ ਮੀਟਿੰਗ ਹੋਈ 18 ਅਗਸਤ ਨੂੰ, ਉਦੋਂ ਤੁਸੀਂ ਆਪਦੇ ਫਾਰਮ ਹਾਊਸ ਤੇ ਸੁੱਤੇ ਪਏ ਰਹੇ, ਤੁਸੀਂ ਗਏ ਨਹੀਂ ਹੈਗੇ ਉਸ ਮੀਟਿੰਗ ਦੇ ਵਿੱਚ। ਤੇ ਉਸ ਮੀਟਿੰਗ ਤੋਂ ਬਾਅਦ ਇੱਕ ਹੋਰ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ 16 ਸੈਪਟੈਂਬਰ ਨੂੰ ਬੰਬੇ ਦੇ ਵਿੱਚ ਮਨਪ੍ਰੀਤ ਬਾਦਲ ਜੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਉੱਥੇ ਹਾਮੀਆਂ ਭਰ ਕੇ ਆ ਜਾਂਦੇ ਨੇ ਇਹਨਾਂ ਸਾਰੇ ਕਾਨੂੰਨਾਂ ਦੇ ਵਿੱਚ, ਆ ਕੇ ਪੰਜਾਬ ਨੂੰ ਦੱਸਦੇ ਨਹੀਂ ਹੈਗੇ। ਤੇ ਸਾਲ ਬਾਅਦ ਜਦੋਂ ਇਹ ਬੰਬ ਪੰਜਾਬ ਦੇ ਉੱਪਰ ਫੁੱਟਦਾ ਹੈ ਤੇ ਉਦੋਂ ਤੁਸੀਂ ਡਰਾਮੇ ਕਰਨ ਲੱਗ ਜਾਂਦੇ ਹੋ। ਸੋ ਖੇਤੀ ਪ੍ਰਧਾਨ ਸਟੇਟ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਜੇ ਹਾਈ ਪਾਵਰਡ ਚੀਫ ਮਿਨਿਸਟਰਾਂ ਦੀ ਕਮੇਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸ਼ਮੂਲੀਅਤ ਨਹੀਂ ਕਰਦੇ ਹੈਗੇ ਤੇ ਇਸ ਤੋਂ ਵੱਡੇ ਖਦਸ਼ੇ, ਇਸ ਤੋਂ ਵੱਡੇ ਸ਼ੰਕੇ, ਇਸ ਤੋਂ ਵੱਡੇ ਕੁਐਸਚਨ ਮਾਰਕ ਤੇ ਸ਼ੱਕ ਸੁਫੇ ਨਹੀਂ ਖੜੇ ਹੋ ਸਕਦੇ ਕਿ ਇਸੇ ਵਜ੍ਹਾ ਕਰਕੇ ਸਾਨੂੰ ਤੁਹਾਡੀ ਸ਼ੱਕ ਨੀਅਤ ਦੇ ਉੱਪਰ ਸ਼ੰਕਾ ਤੇ ਇਸੇ ਕਰਕੇ ਆਮ ਆਦਮੀ ਪਾਰਟੀ ਅੱਜ ਡਿਮਾਂਡ ਕਰਦੀ ਹੈ ਕਿ ਤੁਸੀਂ ਜੋ ਵੀ ਮਤਾ ਲੈ ਕੇ ਆਉਣਾ ਚਾਹੁੰਦੇ ਹੋ ਉਹ ਮਤਾ ਕਿਸਾਨ ਭਰਾਵਾਂ ਦੀਆਂ, ਕਿਸਾਨ ਜਥੇਬੰਦੀਆਂ ਦੇ ਸਹਿਮਤੀ ਦੇ ਨਾਲ ਉਹ ਜੋ ਚਾਹੁੰਦੀਆਂ ਹੋਣ ਉਹ ਮਤਾ ਲੀਗਲ ਐਕਸਪਰਟਸ, ਕਨਸਟੀਟਿਊਸ਼ਨਲ ਐਕਸਪਰਟਸ ਔਰ ਐਗਰੀਕਲਚਰ ਐਕਸਪਰਟਸ ਔਰ ਕਿਸਾਨ ਜਥੇਬੰਦੀਆਂ ਦੀ ਸਹਿਮਤੀ ਦੇ ਨਾਲ ਤੇ ਉਹਨਾਂ ਵੱਲੋਂ ਬਣਾਇਆ ਗਿਆ ਮਤਾ ਜਿਹੜਾ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣਾ ਚਾਹੀਦਾ। ਕਿਉਂਕਿ ਹੁੰਦਾ ਕੀ ਹੈ, ਲੰਮੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਲੀਡਰਾਂ ਦੀਆਂ, ਸਰਕਾਰਾਂ ਦੀਆਂ ਗੱਲਾਂ ਕਹਿਣ ਦੀਆਂ ਹੋਰ, ਹਾਥੀ ਕੇ ਦਾंत ਖਾਣੇ ਕੇ ਔਰ ਦਿਖਾਣੇ ਕੇ ਔਰ। ਇਸੇ ਤਰੀਕੇ ਦੇ ਨਾਲ ਜਿਹੜਾ ਇੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਸਪੈਸ਼ਲ ਸੈਸ਼ਨ ਬੁਲਾ ਕੇ ਉਹ ਪੇਸ਼ ਕੀਤੀ ਸੀਗੀ ਤੇ ਅੱਜ ਤਕਰੀਬਨ 2 ਸਾਲ ਹੋ ਚੱਲੇ ਨੇ ਜਿਹੜੇ ਬੇਅਦਬੀਆਂ ਦੇ ਦੋਸ਼ੀ ਨੇ ਉਹ ਖੁੱਲ੍ਹੇਆਮ ਬਾਹਰ ਘੁੰਮ ਰਹੇ ਨੇ। ਫਾਇਦਾ ਕੀ ਹੋਇਆ ਉਹ ਸੈਸ਼ਨ ਬੁਲਾਉਣ ਦਾ ਜਿਹਦਾ ਤੁਸੀਂ ਉਹਨੂੰ ਪੁਖਤਾ ਹੱਲ ਤੱਕ, ਉਹਨੂੰ ਇੱਕ ਪ੍ਰੋਪਰ ਕਨਕਲੂਜਨ ਤੱਕ ਜੇ ਲੈ ਕੇ ਨਹੀਂ ਜਾਣਾ ਹੈਗਾ। ਸੋ ਸਾਡੀ ਅੱਜ ਆਮ ਆਦਮੀ ਪਾਰਟੀ ਦੀ ਇਹ ਮੰਗ ਹੈ, ਇਹ ਡਿਮਾਂਡ ਹੈ ਕਿ ਕਿਉਂਕਿ ਤੁਹਾਡੀ ਆਪਣੀ ਨੀਅਤ ਦੇ ਉੱਪਰ ਅੱਜ ਬੀਜੇਪੀ ਦੀ ਨੀਅਤਾਂ ਕਿਸ ਤਰੀਕੇ ਦੀਆਂ ਨੇ, ਕਿਸ ਤਰੀਕੇ ਦੇ ਕਾਲੇ ਮਨ ਨੇ, ਕਿਸ ਤਰੀਕੇ ਦੇ ਨਾਲ ਕਰੋਨਾ ਕਾਲ ਦੇ ਵਿੱਚ ਉਹ ਇਹ ਬੰਬ ਪੰਜਾਬ ਦੇ ਲੋਕਾਂ ਦੇ, ਕਿਸਾਨਾਂ ਦੇ ਉੱਪਰ ਸਿੱਟਦੇ ਨੇ, ਉਹ ਸਾਰਿਆਂ ਨੂੰ ਪਤਾ ਹੈ। ਕਿਸ ਤਰੀਕੇ ਦੇ ਨਾਲ 29 ਕਿਸਾਨ ਜਥੇਬੰਦੀਆਂ ਨੂੰ ਕੱਲ ਦਿੱਲੀ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਉਹਨਾਂ ਦੇ ਜਲੇ ਦੇ ਉੱਪਰ ਨਮਕ ਛਿੜਕਿਆ ਗਿਆ, ਇਹ ਸਾਰਿਆਂ ਨੂੰ ਪਤਾ ਹੈ। ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਆਪਦੇ ਆਪ ਨੂੰ ਕਿਸਾਨ ਹਿਤੈਸ਼ੀ ਪਾਰਟੀ ਕਹਾਉਂਦਾ ਸੀਗਾ, ਉਹ 3 ਮਹੀਨੇ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਂਦਾ ਫਿਰਦਾ ਰਿਹਾ ਕਿ ਇਹ ਤਾਂ ਕਾਨੂੰਨ ਹੀ ਬੜੇ ਕਮਾਲ ਦੇ ਨੇ। ਤੇ ਜਦੋਂ ਪਿਛਲੇ ਸੈਸ਼ਨ ਦੇ ਵਿੱਚ ਵੀ ਉਹ ਪਤਲੀ ਗਲੀ ਦੇ ਵਿੱਚੋਂ ਨਿਕਲ ਗਏ ਸੀਗੇ ਸਿਰਫ ਔਰ ਸਿਰਫ ਕਰੋਨਾ ਦਾ ਬਹਾਨਾ ਲਾ ਕੇ, ਉਹਨਾਂ ਦੀਆਂ ਨੀਤਾਂ ਬਾਰੇ ਸਾਰਾ ਕੁਝ ਪਤਾ ਹੈ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਹੁਣ ਤੱਕ ਜਿੰਨੇ ਕਿਸਾਨਾਂ ਨਾਲ ਵੀ ਵਾਅਦੇ ਕੀਤੇ ਸੀ ਇਹਨਾਂ ਨੇ ਆਪਦੇ ਮੈਨੀਫੈਸਟੋ ਦੇ ਵਿੱਚ ਕਿ ਮੈਂ ਸਾਰਾ ਕਰਜ਼ਾ ਜਿਹੜਾ ਉਹ ਚਾਹੇ ਸਰਕਾਰੀ ਬੈਂਕਾਂ ਦਾ ਹੋਵੇ, ਪ੍ਰਾਈਵੇਟ ਦਾ ਹੋਵੇ, ਸ਼ੈਡਿਊਲ ਬੈਂਕਾਂ ਦਾ ਹੋਵੇ, ਕਾਰਪੋਰੇਟ ਦਾ ਹੋਵੇ, ਕੋਆਪਰੇਟਿਵ ਦਾ ਹੋਵੇ ਔਰ ਜਾਂ ਚਾਹੇ ਆੜਤੀਆਂ ਦਾ ਹੋਵੇ, ਸਾਰਾ ਕਰਜ਼ਾ ਮਾਫ ਕਰੂੰਗਾ, 20,000 ਮੁਆਵਜ਼ਾ ਦਊਂਗਾ, 10 ਲੱਖ ਰੁਪਇਆ ਕਿਸਾਨ ਨੂੰ ਜਿਹੜਾ ਖੁਦਕੁਸ਼ੀ ਕਰ ਜੂ ਉਹਨੂੰ ਦਊਂਗਾ। ਹਜੇ ਤੱਕ ਤੁਸੀਂ ਡੱਕਾ ਨਹੀਂ ਤੋੜਿਆ ਹੈਗਾ। ਤੇ ਹੁਣ ਸਾਲ ਬਾਅਦ ਜਦੋਂ ਪਹਿਲਾਂ ਤੁਹਾਨੂੰ ਮੌਕਾ ਮਿਲਿਆ, ਜੇ ਉਦੋਂ ਦੱਸਿਆ ਹੁੰਦਾ ਜਦੋਂ ਹਾਈ ਪਾਵਰਡ ਕਮੇਟੀ ਦੇ ਮੈਂਬਰ ਬਣੇ ਸੀਗੇ ਤੇ ਸ਼ਾਇਦ ਸਾਲ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ, ਸਾਰੀਆਂ ਪੋਲੀਟੀਕਲ ਪਾਰਟੀਆਂ ਮੀਡੀਆ ਦੇ ਸਹਿਯੋਗ ਨਾਲ ਕੋਈ ਨਾ ਕੋਈ ਹੀਲਾ ਵਸੀਲਾ ਕਰ ਲੈਂਦੇ, ਪਰ ਤੁਸੀਂ ਨਹੀਂ ਦੱਸਿਆ ਹੈਗਾ। ਇਸ ਕਰਕੇ ਤੁਹਾਡੀ ਨੀਅਤ ਤੇ ਸ਼ੰਕੇ ਖੜੇ ਹੁੰਦੇ ਨੇ। ਇਸੇ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਜੋ ਮਤਾ ਕਿਸਾਨ ਵੀਰ ਕਹਿਣਗੇ ਉਹ ਲੈ ਕੇ ਆਓ, ਉਹ ਪਾਸ ਹੋਣਾ ਚਾਹੀਦਾ ਹੈਗਾ ਕਿਉਂਕਿ ਇਹ ਕੋਈ ਹੱਲ ਨਹੀਂ ਹੈਗਾ। ਮੈਂ ਅੱਜ ਤੁਹਾਨੂੰ ਦੱਸ ਦੇਣਾ, ਇਨ ਐਡਵਾਂਸ ਦੱਸ ਦੇਣਾ ਕਿ ਜਿਹੜਾ ਸੁਖਬੀਰ ਬਾਦਲ ਜੀ ਕਹਿ ਰਹੇ ਨੇ ਕਿ ਜੀ ਸਾਰੇ ਪੰਜਾਬ ਨੂੰ ਮੰਡੀ ਯਾਰਡ ਡਿਕਲੇਅਰ ਕਰ ਦਿਓ, ਮਨਪ੍ਰੀਤ ਬਾਦਲ ਜੀ ਵੀ ਇਹ ਕਹਿ ਰਹੇ ਨੇ ਸਾਰੇ ਪੰਜਾਬ ਨੂੰ ਮੰਡੀ ਯਾਰਡ ਡਿਕਲੇਅਰ ਕਰ ਦਿਓ, ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਹੇ ਨੇ ਕਾਲੇ ਕਾਨੂੰਨ ਰੱਦ ਕਰ ਦਾਂਗੇ। ਰੱਦ ਹੋਣੇ ਚਾਹੀਦੇ ਨੇ। ਮੰਡੀ ਯਾਰਡ ਜੇ ਕਹਿੰਦੇ ਨੇ ਉਹਦੇ ਨਾਲ ਕੋਈ ਫਾਇਦਾ ਹੁੰਦਾ ਤਾਂ ਡਿਕਲੇਅਰ ਹੋਣਾ ਚਾਹੀਦਾ, ਕੋਈ ਇਤਰਾਜ਼ ਨਹੀਂ ਹੈ। ਪਰ ਮੇਰੇ ਜਿਹੜੇ ਸਵਾਲ ਨੇ, ਮੇਰੇ ਜਿਹੜੇ ਸ਼ੰਕੇ ਨੇ ਉਹ ਇਹ ਨੇ ਕਿ ਮੰਡੀ ਯਾਰਡ ਡਿਕਲੇਅਰ ਹੋ ਜਾਂਦਾ ਸਾਰਾ ਪੰਜਾਬ, ਉਹਦੇ ਨਾਲ ਜਿਹੜੀਆਂ ਕਾਰਪੋਰੇਟਾਂ ਦੀਆਂ ਪ੍ਰਾਈਵੇਟ ਮੰਡੀਆਂ ਬਣਨੀਆਂ ਨੇ ਅਡਾਨੀਆਂ ਅੰਬਾਨੀਆਂ ਦੀਆਂ ਉਹ ਰੁਕ ਜਾਣਗੀਆਂ। ਉਹ ਤਾਂ ਸਰਕਾਰ 5 ਮਿੰਟਾਂ ਦੇ ਵਿੱਚ ਰੋਕ ਸਕਦੀ ਹੈ, ਉਹ ਕੋਈ ਮਸਲਾ ਨਹੀਂ ਹੈ। ਪਰ ਸਵਾਲ ਵੱਡਾ ਇਹ ਹੈ ਕਿ ਮੰਡੀਆਂ ਰੋਕਣ ਨਾਲ ਮਸਲਾ ਹੱਲ ਨਹੀਂ ਹੋਣਾ ਕਿਸਾਨਾਂ ਦਾ। ਮਸਲਾ ਹੱਲ ਹੋਣਾ ਕਿ ਜਿਹੜੀ
कणक और झोने की परचेज होंदी है ਉਹਦਾ पैसा सारा वो केंद्र सरकार तो आउंदा है। कणक ਦੇ ਵਿੱਚ तकरीबन 25-26 हज़ार करोड़ रुपए ਜਿਹੜਾ ਉਹ केंद्र तो आउंदा CCL ਦੇ ਰੂਪ ਦੇ ਵਿੱਚ FCI RBI ਦਿੰਦੀ ਹੈ। तकरीबन 35 हज़ार करोड़ रुपए ਜਿਹੜਾ ਉਹ ਝੋਨੇ ਦੇ ਵਿੱਚ केंद्र ਵੱਲੋਂ ਆਉਂਦਾ ਹੈ। ਇਹ ਤਾਂ ਸਿਰਫ ਪੰਜਾਬ ਦੀਆਂ ਜਿੰਨੀਆਂ ਏਜੰਸੀਆਂ ਨੇ ਇਹ ਤਾਂ ਸਿਰਫ ਔਰ ਸਿਰਫ ਪਰਚੇਜ਼ ਏਜੰਸੀਆਂ ਨੇ, ਉਹਨਾਂ ਦੇ ਬਿਹਾਫ ਦੇ ਉੱਪਰ ਕੰਮ ਕਰਦੀਆਂ ਨੇ। ਜੇ ਕੱਲ ਨੂੰ 6 ਮਹੀਨੇ ਬਾਅਦ, ਸਾਲ ਬਾਅਦ, 1.5 ਸਾਲ ਬਾਅਦ ਨਰਿੰਦਰ ਮੋਦੀ ਜੀ ਔਰ ਕੇਂਦਰ ਸਰਕਾਰ ਹੱਥ ਖੜੇ ਕਰ ਦਿੰਦੀ ਹੈ ਕਿ ਅਸੀਂ ਤਾਂ ਪੈਸੇ ਦਿੰਦੇ ਨਹੀਂ ਹੈਗੇ ਪੰਜਾਬ ਨੂੰ, ਤੇ ਫਿਰ ਪੈਸੇ ਕੇਂਦਰ ਤੋਂ ਆਉਣੇ ਨਹੀਂ ਹੈਗੇ, ਮੰਡੀਆਂ ਪ੍ਰਾਈਵੇਟ ਨੇ ਜਿਹੜੀਆਂ ਉਹ ਬਣਨੀਆਂ ਨਹੀਂ ਹੈਗੀਆਂ, ਤੇ ਫਿਰ ਕਣਕ ਤੇ ਝੋਨਾ ਖਰੀਦੂ ਕੌਣ? ਮਸਲਾ ਇਹ ਹੈ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਰਕਾਰਾਂ ਦਾ ਮਸਲਾ, ਸਰਕਾਰਾਂ ਦਾ ਮਕਸਦ ਸਿਰਫ ਇੰਨਾ ਨਹੀਂ ਹੁੰਦਾ ਹੈਗਾ ਕਿ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖ ਕੇ ਤੁਸੀਂ ਕੋਈ ਮਤਾ ਪਾ ਦਿਓ ਤੇ ਉਹਦਾ ਹੱਲ ਕੋਈ ਉਹ ਨਿਕਲੇ ਨਾ। ਜਿਹੜਾ ਹੁਣ ਮਤਾ ਪਾਉਣੇ ਵੀ ਆ, ਮੈਂ ਕਨਸਟੀਟਿਊਸ਼ਨਲ ਲੀਗਲ ਐਕਸਪਰਟ ਕਿਉਂ ਕਹਿ ਰਿਹਾ ਕਿ ਉਹਨਾਂ ਦੀ ਸਲਾਹ ਲਈ ਜਾਣੀ ਚਾਹੀਦੀ ਹੈ। ਅੱਜ ਪੰਜਾਬ ਵਿਧਾਨ ਸਭਾ ਮਤਾ ਪਾ ਦਿੰਦੀ ਹੈ, ਉਹ ਮਤਾ ਗਵਰਨਰ ਕੋਲੇ ਜਾਏਗਾ, ਗਵਰਨਰ ਇੱਕ ਵਾਰੀ ਰਿਜੈਕਟ ਕਰ ਦੇਗਾ, ਦੂਜੀ ਵਾਰੀ ਉਹਨੂੰ ਐਕਸੈਪਟ ਕਰ ਲੇਗਾ, ਮੰਨ ਲਿਆ। ਉਸ ਤੋਂ ਬਾਅਦ ਉਹ ਜਾਂਦਾ ਪ੍ਰੈਜ਼ੀਡੈਂਟ ਆਫ ਇੰਡੀਆ ਕੋਲੇ, ਪ੍ਰੈਜ਼ੀਡੈਂਟ ਆਫ ਇੰਡੀਆ ਨੇ ਨੰਬਰ ਉਹਨੂੰ ਐਕਸੈਂਟ ਨਹੀਂ ਦੇਣੀ ਹੈਗੀ, ਉਹਨੂੰ ਮੰਨਣਾ ਨਹੀਂ ਹੈਗਾ। ਜੇ ਸਪੋਜ਼ ਮੰਨ ਵੀ ਲੈਂਦੇ ਨੇ ਤੇ ਫਿਰ ਉਸ ਤੋਂ ਬਾਅਦ ਇਹ ਮਸਲਾ ਜਿਹੜਾ ਉਹ ਜਾਊਗਾ ਕੋਰਟ ਦੇ ਵਿੱਚ, ਹਾਈ ਕੋਰਟ, ਸੁਪਰੀਮ ਕੋਰਟ ਦੇ ਵਿੱਚ, ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ। ਜਦੋਂ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜਾਂਦਾ ਹੈ ਤੇ ਇਹ ਕਲੀਅਰ ਸੈਟ ਲਾਅ ਹੈ, ਇਹ ਕਾਨੂੰਨ ਹੈ, ਇਹ ਐਸਟੈਬਲਿਸ਼ਡ ਲਾਅ ਹੈ ਕਿ ਜੇ ਇੱਕ ਵਿਸ਼ੇ ਦੇ ਉੱਪਰ ਦੋ ਕਾਨੂੰਨ ਬਣ ਜਾਣ, ਇੱਕ ਕੇਂਦਰ ਸਰਕਾਰ ਵੱਲੋਂ ਤੇ ਇੱਕ ਪੰਜਾਬ ਸਰਕਾਰ ਵੱਲੋਂ ਜਾਂ ਕਿਸੇ ਵੀ ਰਾਜ ਸਰਕਾਰ ਵੱਲੋਂ, ਤੇ ਜਿਹੜਾ ਕੇਂਦਰ ਦਾ ਕਾਨੂੰਨ ਹੁੰਦਾ ਉਹ ਪ੍ਰਵੇਲ ਪਾਉਣ ਹੁੰਦਾ, ਉਹ ਲਾਗੂ ਹੁੰਦਾ, ਰਾਜ ਦਾ ਕਾਨੂੰਨ ਹੈ ਜਿਹੜਾ ਉਹ ਨਹੀਂ ਲਾਗੂ ਹੁੰਦਾ ਹੈਗਾ। ਸੋ ਇਸ ਕਰਕੇ मेरा आम आदमी पार्टी का यह स्टैंड बड़ा स्पष्ट है, ये बड़ा क्लीयर है कि जे तुसी सिर्फ और सिर्फ सैशन बुला के एक आपदा सरकारी या मता लिया के तुसी गोंगलों तो मिट्टी झाड़नी है तो उसका फायदा कोई नहीं होया हैगा। जेड़े अज असी आम आदमी पार्टी खदशे दस रही है तुहानूं, इन्हां खदशियां नूं जदों तक एड्रैस नहीं किया जाऊगा, जदों तक इन्हां पुख्ता हल उस मते दे विच लिया के विधान सभा दे विच पास नहीं किया जाऊगा, उदों तक सैशन बुलाउण दा फायदा कोई नहीं होना हैगा। सो इस करके असी, मैं दोबारा रिपीट करदा कि जिथे सैशन बुलाउण दी गल है असी वैलकम करते हैं, एक दिन की बजाय हफ्ते का होना चाहिए, पर ये जिहड़े साडे खदशे ने ये सारे दे सारे पूरे किए जाने चाहिए ने। ये ना होवे कैप्टन अमरिंदर सिंह जी कि तुसी सिर्फ और सिर्फ 2022 ਦੀਆਂ ਚੋਣਾਂ ਦੇ ਪਹਿਲਾਂ ਤੁਸੀਂ 2004 ਦੇ ਵਿੱਚ ਪਾਣੀਆਂ ਦਾ ਜਿਹੜਾ ਬਿੱਲ ਹੈ ਉਹ ਲੈ ਕੇ ਸੀ, ਵਾਟਰ ਟਰਮੀਨੇਸ਼ਨ ਐਕਟ। ਉਹ ਠੀਕ ਹੈ ਕਿ ਉਹ 16 ਸਾਲ ਤਾਂ ਨਿਕਲ ਗਏ, ਪਰ 16 ਸਾਲਾਂ ਦੀ ਤਲਵਾਰ ਹੈ ਜਿਹੜੀ ਉਹ ਅੱਜ ਵੀ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਪਰ ਲਟਕੀ ਗਈ ਹੈ। SYL ਨਾਲ 16 ਸਾਲ ਤਾਂ ਨਿਕਲ ਗਏ, ਕਿਉਂਕਿ ਇਸ ਕਰਕੇ ਨਿਕਲ ਗਏ ਕਿਉਂਕਿ ਜਗ੍ਹਾ ਪੰਜਾਬ ਦੇ ਵਿੱਚੋਂ ਜਾਣੀ ਸੀਗੀ SYL ਬਣਾਉਣ ਵਾਸਤੇ, ਪੈਸਾ ਪੰਜਾਬ ਦਾ ਲੱਗਣਾ ਸੀਗਾ, ਪਾਣੀ ਪੰਜਾਬ ਨੇ ਦੇਣਾ ਸੀਗਾ, ਇਸ ਕਰਕੇ ਉੱਥੇ ਅਸੀਂ ਉੱਪਰਲੀ ਪੋਜੀਸ਼ਨ ਦੇ ਉੱਪਰ ਸੀਗੇ ਜਿੱਥੇ ਅਸੀਂ ਦੇਣਾ ਸੀਗਾ। ਇੱਥੇ ਕਣਕ ਔਰ ਝੋਨੇ ਦੀ ਪਰਚੇਜ਼ ਦੇ ਵਿੱਚ ਅਸੀਂ ਰਿਸੀਵਿੰਗ ਐਂਡ ਤੇ ਆ, ਕਿਉਂਕਿ ਪੈਸਾ ਜੇ ਕੇਂਦਰ ਤੋਂ ਆਊਗਾ ਤਾਂ ਹੀ ਉਹ ਕਿਸਾਨਾਂ ਦੇ ਵਿੱਚ ਜਾ ਸਕੂਗਾ, ਤਾਂ ਹੀ ਉਹ ਇਕਨੋਮੀ ਦੇ ਵਿੱਚ ਜਾਊਗਾ। ਸੋ ਇਸ ਕਰਕੇ ਉਹ ਸਿਚੁਏਸ਼ਨ ਤੇ ਇਸ ਸਿਚੁਏਸ਼ਨ ਦੇ ਵਿੱਚ ਫਰਕ ਹੈ। ਸਰਕਾਰੀ ਮਤਾ ਨਾ ਹੋਵੇ, ਕਾਂਗਰਸੀ ਮਤਾ ਨਾ ਹੋਵੇ, ਇਹ ਮਤਾ ਜਿਹੜਾ ਹੋਣਾ ਚਾਹੀਦਾ ਇਹ ਕਿਸਾਨਾਂ ਦਾ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਦੀ ਇਹ ਮੰਗ ਹੈ। ਤੁਹਾਡਾ ਕੋਈ ਸਵਾਲ ਜੀ? ਸੈਸ਼ਨ ਦਾ ਉਹਨਾਂ ਨੇ ਬੁਲਾ ਲਿਆ ਕਿ ਲੱਗਦਾ ਕਿ ਵਾਕਈ ਹੀ ਉਹ ਕਿਸਾਨਾਂ ਦੇ ਹੱਕ 'ਚ ਖੜ ਰਹੇ ਨੇ, ਕਿਉਂਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ 10 ਦਿਨ ਪਹਿਲਾਂ ਵਾਅਦਾ ਕੀਤਾ ਸੀ, ਉਸ ਤੋਂ ਬਾਅਦ ਵੀ ਸੈਸ਼ਨ ਬੁਲਾਇਆ ਨੇ। ਜਦੋਂ ਕਿਸਾਨਾਂ ਨੇ ਹੁਣ ਉਹਨਾਂ ਨੂੰ ਇੱਕ ਟਾਈਮ ਪੀਰੀਅਡ ਦਿੱਤਾ ਕਿ ਇੰਨੇ ਟਾਈਮ ਤੱਕ ਨਹੀਂ ਬੁਲਾਉਂਦੇ ਤਾਂ ਤੁਹਾਡਾ ਵੀ ਜਿਹੜਾ ਮੰਤਰੀ ਦਾ ਵਿਰੋਧ ਕਰਾਂਗੇ, ਅੰਡਰ ਪ੍ਰੈਸ਼ਰ ਹੋ ਕੇ ਜਿਹੜਾ ਹੁਣ ਦੁਬਾਰਾ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਤਾਂ ਪਹਿਲਾਂ ਹੀ ਖਦਸ਼ੇ ਨੇ ਜਿਹੜੇ ਉਹ ਪਿਛਲੇ 60 ਸਾਲਾਂ ਦੇ ਜ਼ਾਹਰ ਕਰ ਦਿੱਤੇ। ਕੈਪਟਨ ਅਮਰਿੰਦਰ ਸਿੰਘ ਦੇ ਨਹੀਂ, ਕਾਂਗਰਸ ਪਾਰਟੀ ਦੀਆਂ ਚਾਹੇ ਪੰਜਾਬ ਦੀਆਂ ਸਰਕਾਰਾਂ ਰਹੀਆਂ ਨੇ ਤੇ ਚਾਹੇ ਕੇਂਦਰ ਦੇ ਵਿੱਚ ਰਹੀਆਂ ਨੇ, ਮੈਂ ਤਾਂ ਸਾਰੇ ਖਦਸ਼ੇ ਨੇ ਜਿਹੜੇ ਜੇ ਇਹਨਾਂ ਦੀ ਨੀਅਤ ਸਾਫ਼ ਹੁੰਦੀ ਤੇ ਪਹਿਲੇ ਦਿਨ ਹੀ ਕਰ ਦਿੰਦੇ। ਪਹਿਲੇ ਦਿਨ ਹੀ ਜਦੋਂ MSP ਅਨਾਉਂਸ ਹੋਈ ਹੈ, ਜਦੋਂ ਪੰਜਾਬ ਨੂੰ ਲੋੜ ਨਹੀਂ ਸੀਗੀ ਤੇ ਉਸ ਸਮੇਂ ਸਾਰਾ ਮੁਲਕ ਭੁੱਖਾ ਮਰਦਾ ਸੀਗਾ, ਉਦੋਂ ਕੇਂਦਰ ਕਹਿੰਦਾ ਹੈ ਕਿ ਪੰਜਾਬ ਵਾਲੇ ਕਣਕ ਔਰ ਝੋਨਾ ਬੀਜਣ, ਤੇ ਉਦੋਂ ਜਦੋਂ ਕੋਈ ਸਾਧਨ ਨਹੀਂ ਸੀਗੇ ਉਦੋਂ ਪੰਜਾਬ ਦੇ ਕਿਸਾਨਾਂ ਨੇ ਸਾਰੇ ਮੁਲਕ ਦਾ ਢਿੱਡ ਭਰਤਾ। ਸਾਡਾ ਜਿਹੜਾ ਪਾਣੀ ਹੈ ਉਹ ਵੀ ਔਰ ਬਿਜਲੀ ਵੀ, ਇਹ ਦੋ ਕਾਸਟਾਂ ਦਾ ਝੋਨੇ ਦੇ ਵਿੱਚ ਇਹ ਕਾਊਂਟ ਹੀ ਨਹੀਂ ਹੁੰਦੀਆਂ ਹੈਗੀਆਂ। ਸੋ ਇਸ ਕਰਕੇ ਉਹਨਾਂ ਦੀ ਨੀਅਤ ਦੇ ਵਿੱਚ ਖਦਸ਼ਾ ਲੱਗਦਾ ਸਾਨੂੰ। ਇਸੇ ਕਰਕੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮਨਾ ਹੀ ਕਰ ਦਿੱਤਾ ਸੀਗਾ ਕਿ ਅਸੀਂ ਸੈਸ਼ਨ ਨਹੀਂ ਬੁਲਾਉਂਦੇ ਹੈਗੇ। ਉਹ ਤਾਂ ਜਦੋਂ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਪਟਿਆਲੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਉਸ ਸਮੇਂ ਰਾਹੁਲ ਗਾਂਧੀ ਨੂੰ ਕਹਿਣਾ ਪੈ ਗਿਆ, ਕਿਸਾਨ ਜਥੇਬੰਦੀਆਂ ਨੇ ਅਲਟੀਮੇਟਮ ਦੇ ਦਿੱਤਾ। ਆਮ ਆਦਮੀ ਪਾਰਟੀ ਲੰਬੇ ਸਮੇਂ ਤੋਂ ਕਹਿੰਦੀ ਆ ਰਹੀ ਹੈ, ਉਦੋਂ ਤਾਂ ਹੁਣ ਨਹੀਂ ਕੀਤਾ ਹੈਗਾ ਕੁਛ। ਹੁਣ ਪ੍ਰੈਸ਼ਰ ਦੇ ਵਿੱਚ ਆ ਕੇ ਜਦੋਂ ਇਹਨਾਂ ਨੂੰ ਲੱਗਿਆ ਕਿ ਕਿਸਾਨਾਂ ਦਾ ਗੋਡਾ ਜਿਹੜਾ
ਉਹ ਸੰਘਰਸ਼ ਦਾ ਗੋਡਾ ਬੀਜੇਪੀ ਔਰ ਅਕਾਲੀ ਦਲ ਦੇ ਗਲੋਂ ਹਟ ਕੇ ਸਾਡੇ ਸਿਰ ਆ ਰਿਹਾ ਹੈ। ਉਸ ਕਰਕੇ ਇਹਨਾਂ ਨੇ ਕੀਤਾ। ਜੇ ਇਹ ਸੱਚੇ ਹੁੰਦੇ ਤੇ 24 ਜੂਨ ਨੂੰ ਜਦੋਂ ਆਲ ਪਾਰਟੀ ਮੀਟਿੰਗ ਸੀਗੀ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਜੀ ਨੇ, ਮੈਂਬਰ ਪਾਰਲੀਮੈਂਟ ਨੇ ਇਹ ਸਪਸ਼ਟ ਕਿਹਾ ਸੀਗਾ ਕਿ ਕੈਪਟਨ ਸਾਹਿਬ ਤੁਸੀਂ ਸਟੇਟ ਦੇ ਮੁੱਖ ਮੰਤਰੀ ਹੋ, ਤੁਸੀਂ ਸਾਰੀਆਂ ਪਾਰਟੀਆਂ ਦੇ ਐਮਪੀ ਐਮਐਲਏ ਦੇ ਡੈਲੀਗੇਸ਼ਨ ਲੈ ਕੇ ਪ੍ਰਧਾਨ ਮੰਤਰੀ ਕੋਲ ਚੱਲੋ ਤੇ ਆਮ ਆਦਮੀ ਪਾਰਟੀ ਦੇ ਸਾਰੇ ਐਮਪੀ ਔਰ ਐਮਐਲਏ ਨੰਗੇ ਪੈਰੀ ਤੁਹਾਡੇ ਨਾਲ ਹੋ ਕੇ ਚੱਲ ਕੇ ਜਾਣਗੇ। ਪਰ ਹਜੇ ਤੱਕ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਇਸ ਸੰਬੰਧ ਵਿੱਚ ਇੱਕ ਤੱਕ ਚਿੱਠੀ ਵੀ ਨਹੀਂ ਲਿਖੀ ਹੈਗੀ। ਸੋ ਇਸ ਕਰਕੇ ਸਾਡੇ ਖਦਸ਼ੇ ਨੇ ਜਿਹੜੇ ਉਹ ਬੜੇ ਜਾਇਜ਼ ਨੇ। ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਲੀਗਲ ਕਨਸਟੀਟਿਊਸ਼ਨਲ ਐਕਸਪਰਟਸ ਨੂੰ, ਐਗਰੀਕਲਚਰ ਐਕਸਪਰਟਸ ਨੂੰ ਔਰ ਕਿਸਾਨਾਂ ਨੂੰ ਇਸ ਮਤੇ ਦੇ ਉਹਨਾਂ ਦੇ ਮੁਤਾਬਿਕ ਮਤਾ ਬਣਨਾ ਚਾਹੀਦਾ। ਕਿਸਾਨ ਤੁਹਾਡੇ ਤੇ ਬੈਠੇ ਨੇ ਅੱਜ ਵੀ ਡੈਥ ਹੋ ਗਈ ਸੰਗਰੂਰ ਰੇਲਵੇ ਸਟੇਸ਼ਨ ਤੇ ਅਟੈਕ ਨਾਲ, ਜਾਂ ਕਿਸੇ ਵੀ 6 ਡੈਥਾਂ ਹੋ ਚੁੱਕੀਆਂ ਨੇ। ਨਾ ਤਾਂ ਕੋਈ ਮੁਆਵਜ਼ਾ, ਨਾ ਸਰਕਾਰ ਨੇ ਕੋਈ ਅਨਾਉਂਸਮੈਂਟ। ਦੇਖਦੇ ਹਾਂ ਸਰ, ਉਹਨਾਂ ਦਾ ਰੋਸ਼ ਵੀ ਹੈ ਵੀ ਬਜ਼ੁਰਗ ਬੱਚੇ ਸਾਰੇ ਸੜਕਾਂ ਤੇ ਬੈਠੇ ਨੇ, ਨਾ ਕੋਈ ਮੈਡੀਸਨ, ਨਾ ਕੋਈ ਐਂਬੂਲੈਂਸ ਕਿਸੇ ਪ੍ਰਕਾਰ ਦਾ। ਹੁਣ ਤਾਂ ਕਹਿੰਦੇ ਸਰਕਾਰਾਂ ਨਾਲ। ਦੇਖੋ ਮੈਂ ਇਹੀ ਤਾਂ ਗੱਲ ਜਿਹੜੀ ਇੰਨੀ ਲੰਬੀ ਗੱਲ ਮੈਂ ਰਿਪੀਟ ਕਰ ਰਿਹਾ, ਮੈਂ ਉਹਦਾ ਮਤਲਬ ਤਾਂ ਉਹੀ ਹੈ ਨਾ ਜੀ, ਮਕਸਦ ਤਾਂ ਉਹੀ ਹੈ ਕਿ ਸਰਕਾਰਾਂ ਨੇ ਜਿਹੜੀਆਂ ਇਹ ਇਹਨਾਂ ਪਾਰਟੀਆਂ ਦੇਖ ਲਈ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ, ਇਹਨਾਂ ਦਾ ਕਨਸੈਪਟ ਹੈ ਜਿਹੜਾ ਉਹ ਬਦਲ ਚੁੱਕਿਆ। ਇਹਨਾਂ ਦੀ ਕਰਨੀ ਔਰ ਕਥਨੀ ਦੇ ਵਿੱਚ ਫਰਕ ਹੈ। ਜਦੋਂ ਤਾਂ ਇਹ ਹੁੰਦੇ ਨੇ ਆਪੋਜੀਸ਼ਨ ਦੇ ਵਿੱਚ ਉਦੋਂ ਤਾਂ ਇਹ ਗੱਲਾਂ ਕਰਦੇ ਨੇ ਸਵਾਮੀਨਾਥਨ ਦੀਆਂ, ਤੇ ਜਦੋਂ ਆ ਜਾਂਦੇ ਨੇ ਸੱਤਾ ਦੇ ਵਿੱਚ ਉਦੋਂ ਕਰਦੇ ਨੇ ਸ਼ਾਂਤਾ ਕੁਮਾਰ ਦੀਆਂ। ਇਨਸੈਂਸਿਟਿਵ ਨੇ ਜਿਹੜੇ ਸਰਕਾਰਾਂ, ਚਾਹੇ ਪੰਜਾਬ ਦੀ ਹੈ ਚਾਹੇ ਕੇਂਦਰੀ, ਉਹ ਇਨਸੈਂਸਿਟਿਵ ਹੋ ਚੁੱਕੀਆਂ। ਇਸੇ ਵਜ੍ਹਾ ਕਰਕੇ ਜਿਹੜੇ ਅੱਜ ਕੋਈ ਧਰਨਿਆਂ ਦੇ ਸ਼ੌਂਕ ਨੂੰ ਤਾਂ ਬੈਠਾ ਨਹੀਂ, ਸੜਕਾਂ ਤੇ ਲਾਈਨਾਂ ਦੇ ਉੱਪਰ ਅਗਲੇ ਮਜਬੂਰੀ ਬਸ ਬੈਠੇ ਨੇ, ਪਰ ਉਹਨਾਂ ਨੂੰ ਉੱਥੇ ਕਿਸੇ ਤਰੀਕੇ ਦੀ ਸਹੂਲਤ ਨਹੀਂ। ਔਰ ਜੇ ਕਿਸੇ ਦੀ ਡੈਥ ਹੋ ਜਾਂਦੀ ਹੈ, ਤੁਸੀਂ ਕਹਿ ਰਹੇ ਹੋ ਆਪ ਕਿ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਹੈਗਾ। ਮੈਂ ਸਮਝਦਾ ਕਿ ਇਹ ਗਲਤ ਹੈ। ਉਹ ਕੋਈ ਮਜਬੂਰੀ ਨੂੰ ਨਹੀਂ, ਕੋਈ ਖੁਸ਼ੀ ਨੂੰ ਨਹੀਂ ਬੈਠੇ, ਮਜਬੂਰੀ ਨੂੰ ਬੈਠੇ ਨੇ। ਉਹਨਾਂ ਜਿਨ੍ਹਾਂ ਦੀਆਂ ਡੈਥਾਂ ਹੁੰਦੀਆਂ ਨੇ, ਉਹਨਾਂ ਨੇ ਜੋ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀਗਾ ਆਪਦੇ ਮੈਨੀਫੈਸਟੋ ਦੇ ਵਿੱਚ ਵੀ ਜੇ ਕੋਈ ਖੁਦਕੁਸ਼ੀ ਕਰ ਲੈਂਦਾ, ਇਹ ਤਾਂ ਬਲਕਿ ਖੁਦਕੁਸ਼ੀਆਂ ਨਹੀਂ, ਇਹਨਾਂ ਨੂੰ ਤਾਂ ਸਰਕਾਰਾਂ ਵੱਲੋਂ ਮਾਰਿਆ ਜਾ ਰਿਹਾ ਹੈ। ਘੱਟੋ ਘੱਟ 10 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਉਹਨਾਂ ਪਰਿਵਾਰਾਂ ਨੂੰ ਮਿਲਣਾ ਚਾਹੀਦਾ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਜਿਹੜਾ ਕੀਤਾ ਸੀਗਾ, ਜੇ ਇੱਕੋ ਇੱਕ ਸਰਕਾਰ, ਜੇ ਕੋਈ ਅੱਜ ਬਿਨਾਂ ਕਹੇ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ ਕੋਸਟ ਪਲੱਸ 1.5 ਜਿਹੜਾ ਤਕਰੀਬਨ 850-900 ਰੁਪਇਆ, ਜੇ ਕੋਈ ਸਰਕਾਰ ਆਪਦੇ ਪੱਲਿਓਂ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ ਪੈਸਾ ਦੇ ਰਹੀ ਹੈ, ਤਾਂ ਉਹ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ। ਆ ਜਿਹੜੇ ਹੁਣ ਤੱਕ ਆਪਦੇ ਆਪ ਨੂੰ ਕਿਸਾਨ ਹਿਤੈਸ਼ੀ ਕਹਾਉਂਦੇ ਰਹੇ, ਵਾਅਦੇ ਕਰਦੇ ਰਹੇ, ਇਹਨਾਂ ਨੇ ਹਜੇ ਤੱਕ ਡੱਕਾ ਨਹੀਂ ਤੋੜਿਆ ਕਿਸਾਨੀ ਵਾਸਤੇ। ਸਿਰਫ ਔਰ ਸਿਰਫ ਡਰਾਮੇਬਾਜ਼ੀ ਕਰਦੇ ਨੇ। ਤੁਹਾਡੀ ਪਾਰਟੀ ਵੱਲੋਂ ਇੱਕ ਗ੍ਰਾਮ ਸਭਾ ਬੁਲਾਓ ਪ੍ਰੋਗਰਾਮ ਲਿਖਿਆ ਗਿਆ ਸੀਗਾ, ਉਹ ਸਟਾਰਟਿੰਗ ਕਰਨ ਤੋਂ ਬਾਅਦ ਉਹ ਮੁਹਿੰਮ ਜਿਹੜੀ ਆ ਉਹ ਫਿੱਕੀ ਬੰਦੀ ਜਾ ਰਹੀ ਹੈ, ਉਹਦੇ ਬਾਰੇ ਕੀ ਕਹੋਗੇ? ਨਹੀਂ, ਇਸ ਤਰ੍ਹਾਂ ਨਹੀਂ ਹੈ ਜੀ। ਅਸੀਂ ਅੱਜ ਤੱਕ ਕਦੇ ਕਿਸੇ ਨੇ ਲੋਕਾਂ ਨੂੰ ਗ੍ਰਾਮ ਸਭਾਵਾਂ ਦੀ ਇੰਪੋਰਟੈਂਸ ਹੀ ਨਹੀਂ ਦੱਸੀ ਹੈਗੀ। ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਸੀਗੀ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਕਈ ਪ੍ਰੋਗਰਾਮ ਕਰਕੇ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਜੀ ਕਈ ਪ੍ਰੋਗਰਾਮਾਂ 'ਚ ਗਏ, ਲੀਡਰ ਆਫ ਆਪੋਜੀਸ਼ਨ ਹਰਪਾਲ ਚੀਮਾ ਜੀ ਅੱਜ ਵੀ ਗਏ ਹੋਏ ਨੇ, ਬਾਕੀ ਅਸੀਂ ਵੀ ਲੋਕ ਵੀ ਸਾਰੇ ਆਪਦੇ ਹਲਕੇ ਜਾ ਕੇ ਅਸੀਂ ਇੱਕ ਸ਼ੁਰੂਆਤ ਕਰ ਦਿੱਤੀ। ਉਸ ਤੋਂ ਮਗਰੋਂ ਇਹ ਮੁਹਿੰਮ ਹੈ ਜਿਹੜੀ, ਕਿਉਂਕਿ ਪੰਜਾਬ ਦਾ ਪੇਂਡੂ ਅਰਥਚਾਰਾ ਇਹਦੇ ਨਾਲ ਖਤਮ ਹੋ ਜਾਏਗਾ। ਉਹ ਪਿੰਡੋ ਪਿੰਡੀ ਕਿਸਾਨ ਯੂਨੀਅਨ ਹੈ ਔਰ ਪੰਚਾਇਤਾਂ ਨੇ ਮਤੇ ਪਵਾ ਕੇ, ਜਿਹੜੇ ਕੁਝ ਪੰਚਾਇਤਾਂ ਨੇ ਪਾਤੇ, ਬਾਕੀ ਗ੍ਰਾਮ ਸਭਾਵਾਂ ਨੇ ਪਵਾਤੇ, ਮਤਲਬ ਇੱਕੋ ਹੀ ਹੈ। ਸੋ ਇਸ ਕਰਕੇ ਉਹ ਮਤੇ ਨੇ ਜਿਹੜੇ ਉਹ ਆਲਰੇਡੀ ਸਰਕਾਰ ਵੱਲੋਂ ਵੀ ਪੈ ਚੁੱਕੇ, ਗ੍ਰਾਮ ਸਭਾਵਾਂ ਵੱਲੋਂ ਪੈ ਕੇ ਸਾਡੇ ਕੋਲ ਵੀ ਪਹੁੰਚ ਚੁੱਕੇ। ਉਹ ਪ੍ਰੋਸੈਸ ਇਹ ਨਹੀਂ ਹੈ ਕਿ ਠੰਡਾ ਪੈ ਗਿਆ, ਉਹ ਆਲਰੇਡੀ ਜਦੋਂ ਲੋਕਾਂ ਨੂੰ, ਕਿਸਾਨ ਭਰਾਵਾਂ ਨੂੰ ਵੀ, ਜਥੇਬੰਦੀਆਂ ਨੂੰ ਸਮਝ ਆ ਗਿਆ ਤੇ ਉਹਨਾਂ ਨੇ ਆਪਣੇ ਮਤੇ ਨੇ ਜਿਹੜੇ ਉਹ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੈ ਚੁੱਕੇ ਨੇ। ਗੱਲ ਕਰੀ ਸੀ, ਕਨਸਟੀਟਿਊਸ਼ਨਲ ਐਕਸਪਰਟਸ ਨਾਲ ਗੱਲ ਕਰਨੀ ਸੀ, ਲੀਗਲ ਐਕਸਪਰਟਸ ਨਾਲ ਗੱਲ ਕਰਨੀ ਹੈ। ਸਰਕਾਰ ਨੇ ਥੋੜੀ ਹੋਈ ਹੈ ਕਿਸੇ ਨਾਲ ਗੱਲ ਕਿ ਇਹਦਾ ਹੱਲ ਕੀ ਹੋ ਸਕਦਾ? ਜੇ ਸਰਕਾਰ ਕਹਿੰਦੇ ਤੁਸੀਂ ਕਾਗਜ਼ ਕਾਲੇ ਕਰੀਏ, ਆਮ ਆਦਮੀ ਪਾਰਟੀ ਨੂੰ ਕੀ ਲੱਗਦਾ ਕਿ ਇਹਦਾ ਹੱਲ ਕੀ ਹੈ? ਦੇਖੋ, ਹੱਲ ਬੜਾ ਸਪਸ਼ਟ ਹੈ ਕਿ ਨੰਬਰ 1 ਤਾਂ ਪਹਿਲਾਂ ਜਿਹੜੇ ਲੀਗਲ ਤੇ ਕਨਸਟੀਟਿਊਸ਼ਨਲ ਐਕਸਪਰਟਸ ਨੇ ਉਹਨਾਂ ਦੀ ਰਾਏ ਦੇ ਨਾਲ ਕੋਈ ਵੀ ਹੀਲਾ ਵਸੀਲਾ ਵਰਤਣਾ ਚਾਹੀਦਾ ਤਾਂ ਕਿ ਇਹਨੂੰ ਮੇਰੀ ਗੱਲ ਤਾਂ ਸੁਣੋ ਨਾ ਇੱਕ ਮਿੰਟ, ਇਹਨੂੰ ਮਸਲੇ ਨੂੰ ਹੱਲ ਕੀਤਾ ਜਾ ਸਕੇ। ਨੰਬਰ 1। ਨੰਬਰ 2, ਅਸੀਂ ਜਿਹੜਾ ਗ੍ਰਾਮ ਸਭਾਵਾਂ ਦਾ ਕਨਸੈਪਟ ਸੀਗਾ ਉਹ ਇਸੇ ਕਰਕੇ ਸੀਗਾ ਵੀ ਕੱਲ ਨੂੰ ਇਹਨਾਂ ਗ੍ਰਾਮ ਸਭਾਵਾਂ ਦੇ ਨਾਲ ਕਨਸਟੀਟਿਊਸ਼ਨ ਕੀ ਕਹਿੰਦਾ ਹੈ, ਫॉर द ਪੀਪਲ, ਬਾय द ਪੀਪਲ, ਆਫ द ਪੀਪਲ। ਇੱਕ ਸਰਕਾਰ ਅੰਨੀ ਬੋਲੀ ਹੋ ਕੇ ਆਪਦੀ ਐਬਸੋਲਿਊਟ ਮੈਜੋਰਿਟੀ ਦੇ ਜ਼ੋਰ ਦੇ ਉੱਪਰ ਲੋਕ ਸਭਾ ਦੇ ਵਿੱਚ ਧੱਕੇ ਨਾਲ ਤੇ ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਤਾਂ 8 ਐਮਪੀਆਂ ਨੂੰ, ਜਿਹਦੇ 'ਚ ਆਮ ਆਦਮੀ ਪਾਰਟੀ ਦੇ ਸੀਗੇ, ਉਹਨਾਂ ਨੂੰ ਬਾਹਰ ਸਿੱਟ ਕੇ ਇਹ ਮਤੇ ਨੇ ਜਿਹੜੇ ਪਾਸ ਕਰ ਦਿੱਤੇ ਜਾਂਦੇ ਨੇ, ਕਾਨੂੰਨ ਬਣਾ ਦਿੱਤੇ ਜਾਂਦੇ ਨੇ। ਗ੍ਰਾਮ ਸਭਾਵਾਂ ਦੇ ਰਾਹੀਂ ਅਸੀਂ ਜਿਹੜੇ ਕੋਰਟ ਆਫ ਲਾਅ ਦੇ ਵਿੱਚ ਅਸੀਂ ਪਾਰਟੀ ਸੋਚ ਰਹੀ ਹੈ ਕਿ ਦਰਵਾਜ਼ਾ ਜਿਹੜਾ ਉਹ ਖੜਕਾਇਆ ਜਾਵੇਗਾ, ਪਰ
ਕਿਸਾਨ ਜਥੇਬੰਦੀਆਂ ਦੀ ਸਹਿਮਤੀ ਦੇ ਨਾਲ, ਉਹਨਾਂ ਦੀ ਪਰਮਿਸ਼ਨ ਦੇ ਨਾਲ। ਨੰਬਰ 1। ਨੰਬਰ 2, ਸਰਕਾਰ ਦੇ ਤੌਰ ਦੇ ਉੱਪਰ ਇਹਦਾ ਹੱਲ ਕੀ ਹੈ? ਸਰਕਾਰ ਦੇ ਤੌਰ ਦੇ ਉੱਪਰ ਜੋ ਅੱਜ ਵੈਸੇ ਤਾਂ ਹੋਰ ਵੀ ਬਹੁਤ ਸਾਰੇ ਹੱਲ ਨੇ, ਉਹ ਅਸੀਂ ਵੇਟ ਕਰ ਰਹੇ ਹਾਂ ਕਿ ਸਰਕਾਰ ਕੀ ਮਤਾ ਲੈ ਕੇ ਆਉਂਦੀ ਹੈ। ਪਰ ਇੱਕ ਹੱਲ ਸਿੰਪਲ ਜਿਹਾ ਜਿਹੜਾ ਤੁਹਾਨੂੰ ਮੈਂ, ਹੋਰ ਵੀ ਸਾਡੇ ਕੋਲ ਬਹੁਤ ਆਪਸ਼ਨਾਂ ਹੈਗੀਆਂ, ਵਿਜ਼ਨ ਹੈਗੀ, ਬਲੂਪ੍ਰਿੰਟ ਹੈਗਾ, ਜਿਹੜਾ ਕਿ ਟਾਈਮ ਆਉਣ ਦੇ ਉੱਪਰ ਸਰਕਾਰ ਨੂੰ ਉਹ ਵੀ ਦੱਸਿਆ ਜਾਵੇਗਾ। ਪਰ ਇੱਕ ਹੱਲ ਤਾਂ ਇਹੀ ਹੋ ਸਕਦਾ ਹੈ ਕਿ ਜੇ ਅਰਵਿੰਦ ਕੇਜਰੀਵਾਲ ਜੀ MSP ਦੇ ਉੱਪਰ ਜਿੰਨਾ ਫਰਕ ਪੈਂਦਾ, ਜਿੰਨਾ ਘੱਟ ਪਰਚੇਜ਼ ਹੁੰਦੀ ਹੈ, ਜਿਹੜਾ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ 900-950 ਰੁਪਏ ਜੇ ਉਹ ਦੇ ਕੇ ਕੰਪਨਸੇਟ ਕਰ ਸਕਦੇ ਨੇ, ਤੇ ਪੰਜਾਬ ਕਿਉਂ ਨਹੀਂ ਕਰ ਸਕਦਾ ਹੈਗਾ? ਇਹਨੇ ਤਾਂ ਬਹੁਤ ਲੰਮਾ ਸਮਾਂ ਹੋ ਗਿਆ ਵਾਅਦਾ ਕਰਦੇ ਨੂੰ। ਸੋ ਇਸ ਕਰਕੇ ਹੱਲ ਹੈ ਜਿਹੜਾ ਉਹ ਹਰੇਕ ਨਿਕਲ ਸਕਦਾ ਹੈ, ਪਰ ਉਹਦੇ ਲਈ ਨੀਅਤ ਚਾਹੀਦੀ ਹੈ। ਇਸੇ ਵਜ੍ਹਾ ਕਰਕੇ ਮੈਂ ਬਾਰ-ਬਾਰ ਐਮਫੈਸਿਸ, ਜ਼ੋਰ ਇਸੇ ਗੱਲ ਤੇ ਪਾ ਰਿਹਾ ਕਿ ਮਤਾ ਜਿਹੜਾ ਉਹ ਕਾਂਗਰਸੀ ਮਤਾ ਨਾ ਹੋਵੇ, ਉਹ ਕਿਸਾਨਾਂ ਦਾ ਮਤਾ ਜਿਹੜਾ ਉਹ ਹੋਵੇ। ਕਿਸਾਨ ਬੁਲਾਇਆ ਜੀ ਰੋੜਾ ਸਾਹਿਬ, ਕੋਈ ਵੱਡਾ ਕੋਈ ਇਹਨਾਂ ਮੰਤਰੀ ਨਹੀਂ, ਕੋਈ ਕੁਛ ਨਹੀਂ, ਛੋਟੇ ਜਿਹੇ ਵੱਡਾ ਆ ਕੇ ਉਹਨਾਂ ਨੂੰ देखो इस तरह है कि वो कहते हैं हाथी के दांत खाने के और दिखाने के और करनी ते कथनी ਦੇ ਵਿੱਚ ਫਰਕ ਹੈ। ਇੱਕ ਪਾਸੇ ਤਾਂ ਹੋਕੇ ਦੇਈ ਜਾਂਦੇ ਸੀ ਕਿ ਆਜੋ ਬੈਠ ਕੇ ਤੁਹਾਡੀ ਗੱਲ ਸੁਣਾਂਗੇ, ਕੋਈ ਮਸਲਾ ਹੱਲ ਕਰਾਂਗੇ। 8 ਮੰਤਰੀ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਭੇਜਤੇ, ਤੇ ਇਹਨਾਂ ਨੂੰ ਬੁਲਾ ਕੇ ਉੱਥੇ ਵਿਚਾਰਿਆਂ ਦਾ ਇੱਕ ਤਰੀਕੇ ਨਾਲ ਕਿਸਾਨ ਭਰਾਵਾਂ ਦਾ ਉਹ ਇਕੱਲੇ ਉਹ 10 ਜਾਂ 12-15 ਜਿਹੜੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਗਏ ਸੀਗੇ, ਇਹ ਉਹਨਾਂ ਦੀ ਤੋਹੀਨ ਨਹੀਂ ਹੈਗੀ, ਇਹ ਉਹਨਾਂ ਦਾ ਅਪਮਾਨ ਨਹੀਂ ਹੈਗਾ, ਇਹ ਪੰਜਾਬ ਦੇ 3 ਕਰੋੜ ਵਾਸੀਆਂ ਦਾ ਅਪਮਾਨ ਹੈ, ਜਿਨ੍ਹਾਂ ਦਾ ਰੋਜ਼ੀ ਰੋਟੀ, ਜਿਨ੍ਹਾਂ ਦਾ ਕੰਮਕਾਰ, ਜਿਨ੍ਹਾਂ ਦਾ ਘਰ ਹੈ ਜਿਹੜਾ ਉਹ ਕਿਸਾਨੀ ਦੇ ਸਿਰ ਤੋਂ ਪੰਜਾਬ ਦੇ ਵਿੱਚ ਚੱਲਦਾ ਹੈ। ਸੋ ਇਸ ਤੋਂ ਮਾੜਾ ਵਰਤਾਰਾ ਨਰਿੰਦਰ ਮੋਦੀ ਦੀ ਸਰਕਾਰ ਦਾ ਹੋ ਨਹੀਂ ਸਕਦਾ ਹੈਗਾ। ਉਹ ਮਨ ਕੀਆਂ ਬਾਤਾਂ ਤਾਂ ਬਹੁਤ ਕਰਦੇ ਨੇ, ਪਰ ਪੰਜਾਬ ਦੇ 3 ਕਰੋੜ ਲੋਕਾਂ ਦੀ ਇਹ ਦਿਲ ਦੀ ਗੱਲ ਅੱਜ ਸੁਣਨ ਨੂੰ ਵੀ ਤਿਆਰ ਨਹੀਂ ਹੈਗੇ। ਤੁਹਾਡੀ ਸਰਕਾਰ ਹੈ, ਕੀ ਇਦਾਂ ਦਾ ਜਿਸ ਤਰ੍ਹਾਂ ਦੇ ਸੁਝਾਅ ਤੁਸੀਂ ਪੰਜਾਬ ਸਰਕਾਰ ਨੂੰ ਦੇ ਰਹੇ ਹੋ, ਇਦਾਂ ਦਾ ਕੋਈ ਮਤਾ ਦਿੱਲੀ ਸਰਕਾਰ ਪਾ ਰਹੀ ਹੈ? ਦੇਖੋ ਇਸ ਤਰ੍ਹਾਂ ਹੈ ਕਿ ਇਹ ਆਮ ਆਦਮੀ ਪਾਰਟੀ, ਅਰਵਿੰਦ ਜੀ ਇਹਦੇ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਜਲਦੀ ਫੈਸਲਾ ਲੈ ਲੈਣਗੇ। ਪਰ ਮਸਲਾ ਇਹ ਹੈ, ਦੇਖੋ ਜਿੱਥੇ ਜਿਹੜਾ ਕੋਈ ਇੰਪੈਕਟ ਹੁੰਦਾ ਹੋਵੇ, ਇਫੈਕਟ ਹੁੰਦਾ ਹੋਵੇ, ਦਿੱਲੀ ਦੇ ਵਿੱਚ ਪਰਚੇਜ਼ ਹੈ ਹੀ ਨਹੀਂ, ਐਸ਼ੋਰਡ ਪਰਚੇਜ਼ ਹੈ ਹੀ ਨਹੀਂ, ਉੱਥੇ ਇਫੈਕਟ ਹੀ ਨਹੀਂ ਹੋ ਰਿਹਾ ਹੈਗਾ। ਤੁਸੀਂ ਜੇ ਇਹ ਸੰਘਰਸ਼ ਛਿੜਿਆ ਹੋਇਆ ਹੈ ਤੇ ਸਿਰਫ ਔਰ ਸਿਰਫ ਪੰਜਾਬ ਔਰ ਹਰਿਆਣੇ ਦੇ ਵਿੱਚ ਕਿਉਂ ਛਿੜਿਆ ਹੋਇਆ ਹੈ? ਕਿਉਂਕਿ ਪੰਜਾਬ ਔਰ ਹਰਿਆਣੇ ਨੂੰ ਹੀ ਜਦੋਂ ਗ੍ਰੀਨ ਰੈਵੋਲੂਸ਼ਨ ਵੇਲੇ ਐਸ਼ੋਰਡ ਪਰਚੇਜ਼ ਦਿੱਤੀ ਗਈ ਸੀਗੀ, ਤੇ 2 ਸਟੇਟਾਂ ਦੇ ਵਿੱਚ ਹੀ ਹੋ ਰਹੀ ਹੈ, ਹੋਰ ਕਿਤੇ ਨਾ ਵੈਸਟ ਬੰਗਾਲ ਦੇ ਵਿੱਚ, ਨਾ ਮਹਾਰਾਸ਼ਟਰ ਦੇ ਵਿੱਚ, ਨਾ ਤਮਿਲਨਾਡੂ ਦੇ ਵਿੱਚ, ਨਾ ਰਾਜਸਥਾਨ ਦੇ ਵਿੱਚ, ਨਾ ਦਿੱਲੀ ਦੇ ਵਿੱਚ, ਹੋਰ ਕਿਤੇ ਹੈ ਹੀ ਨਹੀਂਗੀ। ਇੰਪੈਕਟ ਜਿਹੜਾ ਉਹ ਸਿਰਫ ਔਰ ਸਿਰਫ 6% ਕਿਸਾਨ ਪੰਜਾਬ ਤੇ ਹਰਿਆਣੇ ਦਾ ਇਹਨਾਂ ਕਾਨੂੰਨਾਂ ਦੇ ਨਾਲ ਉਹ ਹੋਣਾ ਹੈ। ਬਾਕੀ 94% ਮੁਲਕ ਹੈ ਜਿਹੜਾ ਉਹ ਤਾਂ ਆਲਰੇਡੀ ਵਨ ਨੇਸ਼ਨ ਵਨ ਮਾਰਕੀਟ ਹੈ। ਤੁਸੀਂ ਓਪਨ ਹੈ, ਜਿੱਥੇ ਮਰਜ਼ੀ ਖਰੀਦ ਲਓ, ਜਿੱਥੇ ਮਰਜ਼ੀ ਵੇਚ ਲਓ, ਜਿੱਥੇ ਮਰਜ਼ੀ, ਉੱਥੇ ਕੋਈ ਮੰਡੀਕਰਨ ਸਿਸਟਮ ਹੀ ਨਹੀਂ ਹੈਗਾ। ਸੋ ਇਸ ਕਰਕੇ ਦਿੱਲੀ ਕਿਉਂਕਿ ਇਹਨਾਂ ਕਾਨੂੰਨਾਂ ਨਾਲ ਉਹਨਾਂ ਇਫੈਕਟ ਨਹੀਂ ਹੁੰਦੀ ਹੈਗੀ, ਔਰ ਕਿਸਾਨ ਵੀ ਘੱਟ ਗਿਣਤੀ ਦੇ ਵਿੱਚ ਨੇ, ਇਸ ਕਰਕੇ ਉੱਥੇ ਮੈਟਰ ਨਹੀਂ ਕਰਦਾ ਹੈਗਾ ਕਿ ਪਵੇ ਜਾਂ ਨਾ ਪਵੇ। ਜੇ ਕਿਸਾਨ ਜਿੰਨਾ ਕਿਸਾਨ ਨੂੰ ਨੁਕਸਾਨ ਹੁੰਦਾ ਸੀਗਾ, ਉਹ ਅਰਵਿੰਦ ਕੇਜਰੀਵਾਲ ਜੀ ਨੇ ਆਪਦੇ ਪੱਲਿਓਂ ਦਿੱਲੀ ਸਰਕਾਰ ਦੀ ਜੇਬ ਦੇ ਵਿੱਚੋਂ 900-950 ਰੁਪਇਆ ਹਰ ਸਾਲ ਹਰ ਛਮਾਹੀ ਦਿੰਦੇ ਨੇ ਕਣਕ ਔਰ ਝੋਨੇ ਦੇ ਉੱਪਰ। ਸੋ ਇਸ ਕਰਕੇ ਇਹ ਕਾਨੂੰਨ ਪੰਜਾਬ ਔਰ ਹਰਿਆਣੇ ਨੂੰ ਹੀ ਇਫੈਕਟ ਕਰਦੇ ਨੇ, ਇਸੇ ਕਰਕੇ ਇੱਥੇ ਸੰਘਰਸ਼ ਹੋ ਰਹੇ ਨੇ, ਤੇ ਇੱਥੋਂ ਹੀ ਇਹ ਮਤੇ ਪੈਣੇ ਜ਼ਰੂਰੀ ਨੇ। ਸਰ ਗੁਬਾਏ ਜੀ ਨੇ ਵੀ ਸਰਕਾਰ ਦੇ ਆਪਣੇ ਸਵਾਲ ਖੜੇ ਕਰਨੇ, ਹਾਂਜੀ, ਗੁਬਾਏ ਨੇ ਵੀ ਆਪਣੇ ਧਰਨਾ ਲਾਉਣਾ ਸ਼ੁਰੂ ਕਰਤਾ ਜੀ ਪ੍ਰਸ਼ਾਸਨ ਤੇ ਸਰਕਾਰ ਦੇ ਖਿਲਾਫ ਜੀ। ਅੱਜ ਧਮਾਨ ਜੀ ਨੇ ਵੀ ਬਿਆਨ ਦਿੱਤਾ ਹੈਗਾ ਕਿ ਸਰਕਾਰ ਕਿਸੇ ਵੀ ਚੀਜ਼ ਦੇ ਕੰਟਰੋਲ ਨਹੀਂ ਹੈਗੇ, ਖਾਲਿਸਤਾਨ ਦੇ ਉੱਤੇ ਸਰਕਾਰੀ ਅਦਾਰਿਆਂ ਤੇ ਨੀਤੀ ਲਗਾਤਾ ਜੀ, ਖਾਲਿਸਤਾਨ ਦੇ ਨਾਰੇ 2020 ਦੇ ਸਿਲਸਿਲੇ ਦੇ ਵਿੱਚ ਉਹਨਾਂ ਨੇ ਵੀ ਉਲਟ ਬੋਲਿਆ ਕਿ ਪ੍ਰਸ਼ਾਸਨ ਪੁਲਿਸ ਫੇਲ ਹੈ ਜੀ। ਦੇਖੋ ਅਸੀਂ ਤਾਂ ਚਲੋ ਸ਼ੁਕਰ ਹੈ ਦੇਰ ਆਏ ਦਰੁਸਤ ਆਏ, ਕਿਉਂਕਿ ਚੋਣਾਂ ਸਿਰ ਤੇ ਨੇ, ਇਸ ਕਰਕੇ ਕਾਂਗਰਸੀ ਲੀਡਰਾਂ ਨੂੰ ਫਿਕਰ ਪੈ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਹਿਤਾ ਕਿ ਮੇਰੀ ਲਾਸਟ ਇਲੈਕਸ਼ਨ ਹੈ, ਤੇ ਉਹਨਾਂ ਦੀ ਲਾਸਟ ਇਲੈਕਸ਼ਨ ਤਾਂ ਹੋ ਸਕਦੀ ਹੈ ਸ਼ਾਇਦ ਖੁਸ਼ੀ ਵਜੋਂ ਹੋਵੇ, ਉਹ ਤੋਂ ਵੀ ਖੈਰ ਮੁੱਕਰ ਗਏ, ਹੁਣ ਯੂ ਟਰਨ ਲੈ ਕੇ ਆਪਦੀ ਆਦਤ ਮੁਤਾਬਕ। ਪਰ ਇਹਨਾਂ ਨੂੰ ਇਹ ਲੱਗਣ ਲੱਗ ਗਿਆ, ਇੰਨਾ ਸ਼ੁਕਰ ਹੈ ਕਿ ਜੇ ਅਸੀਂ ਹੁਣ ਨਾ ਬੋਲੇ, ਨਾ ਡੱਕਾ ਤੋੜਿਆ, ਤੇ ਇਹਨਾਂ ਦੀ ਜਬਰੀ ਲਾਸਟ ਇਲੈਕਸ਼ਨ ਨਾ ਹੋ ਜੇ, ਲੋਕ ਜ਼ਮਾਨਤਾਂ ਜ਼ਬਤ ਨਾ ਕਰਾ ਦੇਣ, ਇਸ ਕਰਕੇ ਇਹ ਹੁਣ ਬੋਲੇ ਨੇ। ਚੰਗੀ ਗੱਲ ਹੈ, ਖੁਸ਼ੀ ਹੈ, ਸਾਨੂੰ ਵੈਲਕਮ ਕਰਦੇ ਹਾਂ। ਅਸੀਂ ਤਾਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ, ਪੌਣੇ 4 ਸਾਲ ਦੀ, ਕਿ ਸਰਕਾਰ ਹੈ ਕਿੱਥੇ? ਸਰਕਾਰ ਨਾਂ ਦੀ ਚੀਜ਼ ਹੀ ਪੰਜਾਬ ਦੇ ਵਿੱਚ ਕੋਈ ਨਹੀਂ ਹੈਗੀ। ਕੋਈ ਚੰਦ ਚੁਨਿੰਦਾ ਉਹਨਾਂ ਦੀ ਚੰਡਾਲ ਚੌਂਕੜੀ ਹੈ, ਕੋਟਰੀ ਹੈ, ਕਿਚਨ ਕੈਬਨਿਟ ਹੈ ਜਿਹੜੀ ਚਲਾ ਰਹੀ ਹੈ। ਲੁੱਟ ਔਰ ਘਸੁੱਟ ਦਾ ਦੌਰ ਹੈ ਜਿਹੜਾ ਉਹ ਚੱਲ ਰਿਹਾ ਹੈ, ਤੇ ਉਹ ਫਾਰਮ ਹਾਊਸ ਤੇ ਲਗਜ਼ਰੀ ਕੁਆਰੰਟਾਈਨ ਦੇ ਵਿੱਚ, ਲਗਜ਼ਰੀ ਇਕਾਂਤਵਾਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਪਏ ਹੋਏ ਨੇ। ਜੀ ਇਸ ਮੁੱਦੇ ਦੇ ਇਲਾਵਾ ਜੇ ਕੇਜਰੀਵਾਲ ਸਾਹਿਬ ਦੀ ਗੱਲ ਕਰੀਏ, ਉਹ ਪੰਜਾਬ ਆਉਣਗੇ, ਕਦੋਂ ਆ ਰਹੇ ਨੇ, ਕੋਈ ਪ੍ਰੋਗਰਾਮ ਹੈ ਨਾ? ਕਿਸ ਇਸ਼ੂ ਦੇ ਉੱਪਰ ਜੀ?
ਕਿਸ ਇਸ਼ੂ ਦੇ ਉੱਪਰ? ਕਿਸਾਨੀ ਇਸ਼ੂ ਦੇ ਉੱਪਰ। ਕਿਸਾਨੀ ਇਸ਼ੂ ਦੇ ਉੱਪਰ ਦੇਖੋ ਤੁਸੀਂ ਸਾਰੀ ਸਿਨੈਰੀਓ ਨੂੰ ਪ੍ਰੋਪਰਲੀ ਸਮਝੋ। ਕਿਸਾਨ ਨੇ ਜਿਹੜੇ ਉਹ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ, ਉਹ ਬੜਾ ਸਪਸ਼ਟ ਕਹਿ ਰਹੇ ਨੇ ਕਿ ਸਾਡੇ ਪ੍ਰੋਟੈਸਟਾਂ ਦੇ ਵਿੱਚ ਕੋਈ ਸਿਆਸੀ ਪਾਰਟੀ ਅਲਾਉਡ ਨਹੀਂ ਹੈਗੀ, ਬਲਕਿ ਸਾਨੂੰ ਮਨਾਹੀ ਨਹੀਂ ਹੈਗੀ, ਉਹ ਕਾਂਗਰਸੀਆਂ ਅਕਾਲੀਆਂ ਨੂੰ ਮਨਾਹੀ ਹੈ। ਪਰ ਫਿਰ ਵੀ ਅਸੀਂ ਉਹਦੇ ਵਿੱਚ ਆਪਣੇ ਵਰਕਰ ਵਲੰਟੀਅਰ ਭੇਜ ਰਹੇ ਹਾਂ, ਉੱਥੇ ਕੋਈ ਝੰਡਾ ਡੰਡਾ ਨਹੀਂ ਹੁੰਦਾ ਹੈਗਾ। ਅਸੀਂ ਅੱਡ ਵਿੱਡ ਇਸ ਕਰਕੇ ਨਹੀਂ ਲਾ ਰਹੇ ਕਿਉਂਕਿ ਜੇ ਅਸੀਂ ਲਾਉਂਦੇ ਹਾਂ ਤਾਂ ਉਹਨਾਂ ਦਾ ਸੰਘਰਸ਼ ਹੈ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਉਹਨੂੰ ਢਾਹ ਲੱਗਦੀ ਹੈ, ਫਿੱਕਾ ਪੈਂਦਾ, ਕਿਉਂਕਿ ਬੰਦੇ ਉਹੀ ਨੇ। ਹੁਣ ਇਹ ਕਿਉਂਕਿ ਇਹ ਪੰਗੇ ਇਹ ਸਾਰੇ ਦਾ ਸਾਰੀਆਂ ਪ੍ਰੋਬਲਮਾਂ ਨੇ ਜਿਹੜੀਆਂ ਇਹ ਦਿੱਲੀ ਤੋਂ ਛਿੜੀਆਂ ਨੇ, ਇਸ ਕਰਕੇ ਪੰਜਾਬ ਆਉਣ ਦੀ ਹਜੇ ਕੋਈ ਸੈਂਸ ਬਣਦੀ ਨਹੀਂ ਹੈਗੀ। ਇਹ ਠੀਕ ਹੈ ਕਿ ਰਾਹੁਲ ਗਾਂਧੀ ਜੀ ਜਦੋਂ ਤਾਂ ਲੋਕ ਸਭਾ ਦੇ ਵਿੱਚ ਇਹ ਬਿੱਲ ਪਾਸ ਹੋ ਰਹੇ ਸੀਗੇ ਉਦੋਂ ਤਾਂ ਉਹ ਬਾਹਰ ਸੀਗੇ, ਲੋਕ ਸਭਾ ਦੇ ਵਿੱਚ ਹਾਜ਼ਰ ਨਹੀਂ ਸੀਗੇ, ਤੇ ਹੁਣ ਇੱਥੇ ਟਰੈਕਟਰ ਤੇ 3 ਦਿਨ ਚੜ੍ਹੇ ਫਿਰਦੇ ਰਹੇ। ਹੁਣ ਚਾਹੇ ਜਦੋਂ ਸਾਰਾ ਕੁਝ ਨਿਬੜ ਗਿਆ, ਹੁਣ ਚਾਹੇ ਟਰੈਕਟਰ ਤੇ ਚੜ੍ਹ ਜਾਓ ਚਾਹੇ ਗੱਡੇ ਤੇ ਚੜ੍ਹ ਜਾਓ, ਹੁਣ ਉਹਦਾ ਫਾਇਦਾ ਕੋਈ ਨਹੀਂ ਹੈਗਾ। ਸ਼੍ਰੋਮਣੀ ਅਕਾਲੀ ਦਲ 3 ਮਹੀਨੇ ਇਹਨਾਂ ਨੂੰ ਸਲਾਉਂਦਾ ਫਿਰਦਾ ਰਿਹਾ ਬਿੱਲਾਂ ਨੂੰ, ਤੇ ਮੁੜ ਕੇ ਯੂ ਟਰਨ ਲੈ ਕੇ 3 ਪਵਿੱਤਰ ਤਖਤ ਸਾਹਿਬਾਨਾਂ ਦੀ ਧਰਤੀ ਲੈ ਕੇ ਉਹ ਚੰਡੀਗੜ੍ਹ ਨੂੰ ਹੋਲੇ। ਸੋ ਇਸ ਕਰਕੇ ਪੰਜਾਬ ਦੇ ਵਿੱਚ ਜੇ ਕੋਈ ਵੀ ਆਪਦਾ ਝੰਡਾ ਡਾਂਡਾ ਲਾ ਕੇ ਕੋਈ ਪੋਲੀਟੀਕਲ ਪਾਰਟੀ ਪ੍ਰੋਟੈਸਟ ਕਰਦੀ ਹੈ ਤਾਂ ਉਹ ਇਹ ਮੰਨ ਕੇ ਚਲੋ ਕਿਸਾਨੀ ਦਾ ਪ੍ਰੋਟੈਸਟ ਨਹੀਂ ਹੈਗਾ, ਉਹ ਪਾਰਟੀਆਂ 2022 ਦੇ ਵਿੱਚ ਆਪਦਾ ਸਿਆਸੀ ਵਜੂਦ ਬਚਾਉਣ ਦੀ ਲੜਾਈ ਲੜ ਰਹੀਆਂ ਨੇ। ਸੋ ਇਸ ਕਰਕੇ ਅਸੀਂ ਦਿੱਲੀ ਦੇ ਵਿੱਚ ਇੱਕ ਸੰਕੇਤਕ ਧਰਨਾ ਜਿਹੜਾ ਉਹ ਪਰਸੋਂ ਲਗਾਇਆ, ਤੇ ਇਹ ਸੰਘਰਸ਼ ਹੈ ਜਿਹੜਾ ਉਹ ਇੱਥੇ ਦੀ ਬਜਾਏ ਦਿੱਲੀ ਦਰਬਾਰ ਦੇ ਵਿੱਚ ਨਰਿੰਦਰ ਮੋਦੀ ਦੇ ਨੱਕ ਦੇ ਹੇਠ ਅਸੀਂ ਇਹ ਪ੍ਰੋਟੈਸਟ ਨੂੰ ਹੋਰ ਤੇਜ਼ ਕਰਾਂਗੇ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।